ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਅਟਾਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਾਨੀਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਤੇ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 8 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਅਕਾਲੀ ਦਲ ਤੋਂ। ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ ਜੀ। ਦੇਖੋ ਪ੍ਰਵੀਨ ਜੀ, ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਸਰਗਰਮੀ ਸੀਗੀ। ਸਰਗਰਮੀ ਇਉਂ ਸੀਗੀ ਕਿ ਜਿੱਦਾਂ ਇਹਨਾਂ ਨੇ ਆਪਣੀ ਇੱਕ ਕਾਨਫਰੰਸ ਰੱਖੀ ਅਕਾਲੀ ਦਲ ਵਾਲਿਆਂ ਨੇ, ਫਿਰ ਉਹ ਤੋਂ ਬਾਅਦ ਇੱਕ ਬਿਆਨ ਆਉਂਦਾ ਹੈ ਜਥੇਦਾਰ ਸਾਹਿਬ ਦਾ, ਤੇ ਉਹ ਇਸ ਤਰ੍ਹਾਂ ਦਾ ਬਿਆਨ ਸੀਗਾ ਕਿ ਜਿਸ ਤਰ੍ਹਾਂ ਲੋਕ ਸਵਾਲ ਕਰ ਰਹੇ ਨੇ, ਲੋਕ ਗੱਲਾਂ ਕਰ ਰਹੇ ਹਨ ਕਿ ਉਹਨਾਂ ਚੀਜ਼ਾਂ ਦਾ ਜਵਾਬ ਦਿੱਤਾ ਜਾਵੇ। ਗਿਆਨੀ ਰਘਵੀਰ ਸਿੰਘ ਜੀ ਹੋਰਾਂ ਨੇ, ਜੋ ਸਿੰਘ ਸਾਹਿਬਾਨ ਨੇ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ, ਤਾਂ ਉਹਨਾਂ ਨੇ ਆਖਿਆ ਸੀਗਾ ਕਿ ਜਲਦੀ ਇਹ ਲਾਗੂ ਕਰੋ, ਅਮਲ ਹੋਣਾ ਚਾਹੀਦਾ। ਤਾਂ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਤੁਰੰਤ ਡਾਕਟਰ ਦਲਜੀਤ ਸਿੰਘ ਚੀਮਾ ਦਾ ਇੱਕ ਬਿਆਨ ਆਉਂਦਾ ਹੈ ਕਿ ਜੇ ਅਸੀਂ ਅਸਤੀਫੇ ਤੇ ਜਾਂ ਨਵੀਂ ਭਰਤੀ ਤੇ ਅਮਲ ਕਰਦੇ ਹਾਂ ਤਾਂ ਸਾਡੀ ਰਜਿਸਟ੍ਰੇਸ਼ਨ ਨੂੰ ਖਤਰਾ ਪੈਦਾ ਹੋ ਜਾਊਗਾ। ਫਿਰ ਉਸ ਤੋਂ ਬਾਅਦ ਅਚਾਨਕ ਇਹ ਖਬਰ ਆਉਂਦੀ ਆ ਕਿ ਅਕਾਲੀ ਦਲ ਦਾ ਇੱਕ ਵਫਦ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਨੂੰ ਮਿਲਣਗੇ। ਵਫਦ ਤਾਂ ਉਹ ਵਫਦ ਮਿਲੇਗਾ, ਤਾਂ ਹੁਣ ਵਫਦ ਦਾ ਮਿਲਣਾ ਹੋਇਆ ਅੱਜ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹ ਮਤਲਬ ਕਿ ਐਲਾਨ ਕਰਦੇ ਨੇ ਅਕਾਲੀ ਕਿ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਆ। 10 ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ। ਤਾਂ ਤੁਸੀਂ ਇਹ ਹੁਣ ਸਾਰੀਆਂ ਚੀਜ਼ਾਂ ਨੂੰ ਦੇਖ ਲਓ। ਪਿਛਲੀਆਂ ਵੀ ਆਪਾਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਵੀ ਕੋਈ ਕਦਮ ਚੁੱਕਿਆ ਜਾਂਦਾ ਪਹਿਲਾਂ ਮੁਲਾਕਾਤਾਂ ਹੁੰਦੀਆਂ। ਤਾਂ ਇਹ ਮੁਲਾਕਾਤ ਕੀ ਡਾਇਰੈਕਸ਼ਨ ਲੈਣ ਵਾਸਤੇ ਨੇ ਜਾਂ ਡਾਇਰੈਕਸ਼ਨ ਦੇਣ ਵਾਸਤੇ ਨੇ, ਕੋਈ ਪਤਾ ਨਹੀਂ ਲੱਗਦਾ ਪੁਖਤਾ ਤੌਰ ਤੇ। ਦੂਜੀ ਗੱਲ ਇਹ ਕਿ ਕੀ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਲਾਗੂ ਕਰਵਾਉਣ ਵਾਸਤੇ ਜਥੇਦਾਰ ਸਾਹਿਬ ਕਹਿ ਰਹੇ ਨੇ ਕਿ ਹਾਂ ਕਰ ਦਿਓ, ਆਹ ਕਰ ਦਿਓ, ਆਹ ਕਰ ਦਿਓ। ਇਹ ਤੇ ਹੁਣ ਅੰਦਰ ਦੀ ਗੱਲ ਹੈ ਨਾ ਸਰ, ਜਾਂ ਇਹ ਮਨਾ ਰਹੇ ਨੇ ਕੁਝ ਤਾਂ ਹੈ ਨਾ, ਫਿਰ ਗੱਲ ਤਾਂ ਉੱਥੇ ਦੀ ਉੱਥੇ ਹੈ ਜੀ। ਇਸ ਵਾਸਤੇ ਹੁਣ ਤੁਸੀਂ ਆਪ ਹੀ ਦੇਖ ਲਓ। ਮੈਂ ਅੱਗੇ ਵੀ ਇੱਕ ਦਿਨ ਗੱਲ ਕਹੀ ਸੀ ਕਿ ਹੁਕਮ ਜਾਂ ਜਿਹੜਾ ਆਦੇਸ਼ ਆ ਅਕਾਲ ਤਖਤ ਸਾਹਿਬ ਦਾ, ਉਹ ਪੂਰਨ ਤੌਰ ਤੇ ਲਾਗੂ ਹੋਏ ਤੋਂ ਬਿਨਾਂ, ਤੇ ਜਿਹੜੇ ਤਨਖਾਹੀਏ ਇਹਨਾਂ ਦੀ ਤੇ ਅਰਦਾਸ ਹੋ ਚੁੱਕੀ ਹੈ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਤਾਂ ਬੜੀ ਅਜੀਬ ਪਰਿਸਥਿਤੀ ਹੈ ਸਰ। ਖੁਦ ਅਕਾਲੀ ਦਲ ਦੇ ਕੁਝ ਲੀਡਰ ਜਿਹੜੇ ਉਹ ਵੀ ਕਨਫਿਊਜ਼ ਨੇ ਕਿ ਕੀ ਚੱਲ ਰਿਹਾ, ਸਾਨੂੰ ਨਹੀਂ ਕੁਝ ਪਤਾ ਲੱਗਦਾ। ਤਾਂ ਉਧਰ ਜੇ ਤੁਸੀਂ ਦੇਖੋਗੇ ਤਾਂ ਸੁਖਬੀਰ ਸਿੰਘ ਬਾਦਲ ਉਹੀ ਲਹਿਜ਼ਾ, ਉਹੀ ਉਹਨਾਂ ਦਾ ਅੰਦਾਜ਼, ਜਦੋਂ ਪਿਛਲੇ ਦਿਨੀ ਉਹ ਬੋਲੇ ਨੇ ਇੱਕ ਉਹਨਾਂ ਦੀ ਸਪੀਚ। ਅੱਜ ਮੇਰੇ ਕੋਲ ਕੁਝ ਨੌਜਵਾਨ ਲੀਡਰ ਕਿਸੇ ਪਾਰਟੀ ਦੇ ਪਹੁੰਚੇ ਹੋਏ ਸੀਗੇ, ਯਾਨੀ ਕੋਈ ਉਹਨਾਂ ਦੇ ਵਿਰੋਧੀ ਦੇ ਸੀਗੇ, ਤੇ ਉਹ ਬੜਾ ਤੇਜ਼ ਤਰਾਰ ਲੀਡਰ ਰਾਹੁਲ ਗਾਂਧੀ ਦੀ ਟੀਮ 'ਚ ਰਹਿ ਚੁੱਕਾ ਹੈ। ਉਹ ਪੰਜਾਬ ਦੇਖ ਰਹੇ ਤਾਂ ਤੁਸੀਂ ਸਮਝ ਹੀ ਗਏ ਇਹਨਾਂ ਦੇ ਵਿਰੋਧੀ ਕਾਂਗਰਸੀ। ਤਾਂ ਉਹ ਖੁਦ ਕਹਿ ਰਿਹਾ ਕਿ ਯਾਰ ਮੈਨੂੰ ਉਮੀਦ ਸੀ ਕਿ 27 'ਚ ਰਿਵਾਈਵਲ ਕਰ ਜਾਣਗੇ। ਸੁਖਬੀਰ ਸਿੰਘ ਬਾਦਲ ਹੋਰੀ ਇੱਥੋਂ ਜਿਹੜੀ ਮਤਲਬ ਕਿ ਤਨਖਾਹ ਭੁਗਤੀ ਆ ਲੱਗ ਰਿਹਾ ਸੀ, ਪਰ ਉਹ ਜਦੋਂ ਬੋਲੇ, ਸਪੀਚ ਕੀਤੀ,
ਤਾਂ ਮੈਂ ਖੁਦ ਨੂੰ ਹੀ ਗਲਤ ਸਾਬਤ ਕੀਤਾ। ਜੀ। ਇਹ ਗੱਲ ਮਤਲਬ ਕਿ ਇੱਕ ਕਾਂਗਰਸੀ ਲੀਡਰ, ਨੌਜਵਾਨ ਲੀਡਰ ਰਾਹੁਲ ਗਾਂਧੀ ਦਾ ਸਾਥੀ ਮੇਰੇ ਮੂੰਹ ਤੇ ਕਹਿ ਕੇ ਗਿਆ, ਹੂੰ, ਹੂੰ, ਇਹ ਮੇਰੇ ਇਲਾਕੇ ਦਾ। ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਦੋਂ ਤੁਹਾਡੇ ਵਿਰੋਧੀ ਇਹ ਤਵੱਕੋ ਰੱਖ ਰਹੇ ਹੋਣ ਕਿ ਭਾਈ ਹੁਣ ਇਹਨਾਂ ਦੇ ਕੋਲ ਮੌਕਾ ਆ ਗਿਆ, ਜੀ। ਤਾਂ ਤੁਸੀਂ ਨਾ ਤਾਂ ਬੋਲ ਬਾਣੀ ਦੇ ਪੱਖੋਂ ਹੁਣ ਦੇਖੋ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਰ ਰਹੇ ਨੇ ਹੂੰ, ਹੂੰ, ਕਿ ਦੇਖੋ ਜੀ ਅਸੀਂ ਤੇ ਰਾਹੁਲ। ਰੌਲਾ ਮਕਾਉਣ ਵਾਸਤੇ ਆਪਣੀ ਝੋਲੀ ਪਵਾਏ, ਜੀ। ਗੱਲ ਫਿਰ ਉੱਥੇ ਖਿਲਾਰਤੀ ਤੇ ਮਤਲਬ ਕਿ ਕਾਨਫਰੰਸ ਚ ਆਉਣਾ ਸਭ ਤੋਂ ਵੀ ਮੱਥਾ ਟੇਕਣ ਬਾਅਦ ਚ ਜਾਓ, ਪਹਿਲਾਂ ਇੱਥੇ ਆਓ। ਹਾਂਜੀ, ਹਾਂਜੀ। ਉਹ ਕਿੰਨੀਆਂ ਹੌਲੀਆਂ ਗੱਲਾਂ ਨੇ ਸਾਹਿਬ ਇਹ, ਹੂੰ, ਤੇ ਤੁਸੀਂ ਤੇ ਇੰਨੇ ਨਿਮਰ ਹੋ ਜਾਂਦੇ ਕਿ ਭਾਈ ਠੀਕ ਆ ਜੋ ਅਕਾਲ ਤਖਤ ਸਾਹਿਬ ਨੇ ਕਹਿ ਦਿੱਤਾ। ਤੇ ਇਹਨਾਂ ਨੇ, ਮੈਂ ਇੱਕ ਗੱਲ ਹੋਰ ਕਹਿ ਦਿੰਦਾ, ਨਵੀਂ ਭਰਤੀ ਵੀ ਕਰ ਲੈਣ, ਹੂੰ, ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣਨਗੇ ਸਾਹਿਬ, ਹੂੰ, ਇਹ ਤੁਹਾਨੂੰ ਮੈਂ ਅੱਜ ਕਹਿ ਦਿੰਦਾ। ਜੀ, ਜੀ, ਜੇ ਭਰਤੀ ਵਾਲੇ ਪਾਸੇ ਵੀ ਆ ਜਾਣ, ਕਿਉਂਕਿ ਡੈਲੀਗੇਟਸ ਤਾਂ ਹੈ ਹੀ ਇਹਨਾਂ ਦੇ। ਜੀ। ਅਕਾਲੀ ਦਲ ਚ ਮੈਨੂੰ ਦੱਸੋ, ਨਵਾਂ ਅਕਾਲੀ ਦਲ ਬਾਦਲ ਚ ਕੌਣ ਆਏਗਾ ਬਿਲਕੁਲ। ਤੇ ਭਰਤੀ ਕਰਨੀ ਕਿਸਨੇ ਹੈ? ਹੂੰ, 7 ਮੈਂਬਰੀ ਕਮੇਟੀ ਜਿਹੜੀ ਬੈਠੀ ਹੈ, ਪ੍ਰਵੀਨ ਜੀ ਲੌਜੀਕਲੀ ਸੋਚੋ, ਉਹਨਾਂ ਨੇ ਥੋੜੀ ਭਰਤੀ ਕਰਨੀ ਹੈ ਉਹਨਾਂ ਥੱਲੇ। ਨੇ ਥੋੜ੍ਹਾ ਭਰਤੀ ਕਰਨੀ ਹੈ, ਬਿਲਕੁਲ ਸਹੀ। ਫਿਰ ਪਿੰਡਾਂ 'ਚ, ਬਲਾਕਾਂ 'ਚ ਭਰਤੀ ਕਿਸਨੇ ਕਰਨੀ ਹੈ? ਕੈਡਰ ਨੇ। ਜੀ। ਤਾਂ ਕੈਡਰ ਕਿਸ ਦਾ ਹੈ? ਹੂੰ, ਤਾਂ ਨਵਾਂ ਤਾਂ ਕੋਈ ਅਕਾਲੀ ਦਲ ਤੇ ਅੱਗੇ ਕਿੰਨੇ ਤੁਰੇ ਫਿਰਦੇ ਨੇ। ਜੀ। ਤਾਂ ਇਸ ਅਕਾਲੀ ਦਲ 'ਚੋਂ ਨਵੀਂ ਭਰਤੀ ਤਾਂ ਹੁਣੀ ਵੈਸੇ ਵੀ ਕੀ ਹੈ। ਹੂੰ, ਹੂੰ, ਤਾਂ ਇਸ ਤਰ੍ਹਾਂ ਮਤਲਬ ਕਿ ਮੈਨੂੰ ਸਮਝ ਨਹੀਂ ਲੱਗ ਰਹੀ ਇਹ ਕੀ ਕਰ ਰਹੇ ਨੇ ਕਿ ਜੇ ਤੁਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਸੱਦਣੀ ਹੈ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੀਟਿੰਗਾਂ ਕਾਹਦੀਆਂ ਵੀ ਤੁਹਾਡੀਆਂ, ਹੂੰ, ਕਿਉਂਕਿ ਤੁਹਾਡਾ ਮਿਲਣਾ ਹੀ ਨਹੀਂ ਬਣਦਾ ਵੈਸੇ। ਜੀ, ਜੀ। ਮਿਲਣਾ ਇਸ ਕਰਕੇ ਨਹੀਂ ਬਣਦਾ ਕਿ ਜਦੋਂ ਤੱਕ ਤੁਸੀਂ ਆਦੇਸ਼ ਨੂੰ ਪੂਰਨ ਤੌਰ ਤੇ ਲਾਗੂ ਨਹੀਂ ਕਰ ਲੈਂਦੇ। ਵੈਸੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਮਿਲੋ ਨਾ, ਬਤੌਰ ਲੀਡਰ ਮਿਲੋ, ਹੂੰ, ਹੂੰ, ਪਰ ਹਾਲੇ ਤੁਹਾਡਾ ਮਾਮਲਾ ਪੈਂਡਿੰਗ ਪਿਆ ਹੈ ਨਾ। ਜੀ। ਉਹ ਤੁਹਾਨੂੰ ਕਹਿ ਰਹੇ ਨੇ ਕਿ ਲਾਗੂ ਕਰੋ। ਸੋ ਕਹਿਣ ਦਾ ਮਤਲਬ ਇਹੋ ਆ ਕਿ ਹੁਣ ਵਰਕਿੰਗ ਕਮੇਟੀ 'ਚ ਕੀ ਫੈਸਲਾ ਲੈਣਗੇ, ਇਹ ਤੇ ਕੁਝ ਕਹਿ ਨਹੀਂ ਸਕਦੇ। ਵੈਸੇ ਅਸਤੀਫੇ ਤੇ ਕੋਈ ਨਾ ਕੋਈ ਫੈਸਲੇ ਤੇ ਚਰਚਾ ਤੇ ਜ਼ਰੂਰ ਹੋਏਗੀ ਨਾ। ਹੋਰ ਤੇ ਵਰਕਿੰਗ ਕਮੇਟੀ ਦਾ ਕੰਮ ਕੀ ਹੈ, ਪਰ ਕੀ ਫੈਸਲਾ ਹੋਏਗਾ ਇਹ ਤੇ ਬਾਅਦ 'ਚ ਪਤਾ ਲੱਗੇਗਾ। ਪਰ ਅਕਾਲੀ ਦਲ ਬਾਦਲ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀ, ਪਤਾ ਨਹੀਂ ਕਿਉਂ ਹਾਲੇ ਵੀ ਉਹ ਇੱਕ ਵੱਖਰੀ ਦੁਨੀਆ 'ਚ ਤੁਰੇ ਫਿਰਦੇ ਆ। ਜੀ, ਜੀ। ਏਦਾਂ ਉਹਨਾਂ ਨੂੰ ਲੱਗਦਾ ਕਿ ਜਿਵੇਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਹੂੰ, ਸੋ ਠੀਕ ਆ, ਇਹ ਇੱਕ ਦੋ ਔਖਿਆਈਆਂ ਜ਼ਰੂਰ ਸੀ ਇਹਨਾਂ ਨੂੰ, ਪਰ ਮੇਰੇ ਖਿਆਲ ਦੇ ਨਾਲ ਮੁਸ਼ਕਲਾਂ ਤੋਂ ਬਾਅਦ ਸ਼ਾਇਦ ਇੱਕ ਅੱਛਾ ਦੌਰ ਇਹਨਾਂ ਦਾ ਚੱਲਦਾ। ਪਰ ਨਹੀਂ, ਹਾਲ ਦੀ ਘੜੀ ਕਹਿ ਲਓ ਕਿ ਜੋ ਸੁਖਬੀਰ ਸਿੰਘ ਬਾਦਲ ਫਾਇਦਾ ਚੁੱਕ ਸਕਦੇ ਸੀ ਮੇਰੀ ਜਾਚੇ, ਉਹ ਕਿਤੇ ਨਾ ਕਿਤੇ ਉੱਕੇ ਆ ਇਸ ਮਾਮਲੇ 'ਚ। ਤਾਂ ਹੁਣ ਬਾਕੀ ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ। ਪਰ ਡਾਕਟਰ ਦਲਜੀਤ ਸਿੰਘ ਚੀਮਾ ਕੱਲ੍ਹ ਤੱਕ ਜਿਹੜੇ ਕਹਿ ਰਹੇ ਸੀਗੇ ਕਿ ਦੇਖੋ ਜੀ ਸਾਡੀ ਰਜਿਸਟ੍ਰੇਸ਼ਨ ਤੇ ਹੀ ਖਤਰਾ ਹੈ, ਤੇ ਅੱਜ ਹੁਣ ਵਰਕਿੰਗ ਕਮੇਟੀ ਦਾ ਉਹਨਾਂ ਨੇ ਹੀ ਕਹਿ ਲਓ ਕਿ ਪੋਸਟ ਪਾਇਆ, ਜਾਂ ਸ਼ਾਇਦ ਉਹ ਕੀ ਉਹਨੂੰ ਬੋਲਦੇ ਆ ਐਕਸ, ਉਹਦੇ ਤੇ ਟਵੀਟ ਕੀਤਾ ਜੀ। ਹਾਂਜੀ, ਬਿਲਕੁਲ ਮਿੰਟੂ ਜੀ, ਜਿਵੇਂ ਤੁਸੀਂ ਦੱਸਿਆ ਹੀ ਆ ਵੀ ਜਦੋਂ ਇਹਨਾਂ ਨੇ ਕਿਹਾ ਸੀ ਸਾਰੇ ਗੁਨਾਹ ਕਬੂਲ ਕਰ ਲਏ ਸੀ, ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਇਹਨਾਂ ਨੂੰ ਅਹਿਸਾਸ ਹੋ ਗਿਆ ਤੇ ਹੁਣ ਇਹ ਆਉਣਗੇ, ਪਰਤਣਗੇ। ਪਰ ਜਿਵੇਂ ਇਹਨਾਂ ਨੇ ਆਹ ਸਟੇਟਮੈਂਟ ਦਿੱਤੀ ਹੁਣ ਲੰਘੇ ਕੁਝ ਦਿਨਾਂ ਦੇ ਵਿੱਚ ਕਿ ਅਸੀਂ ਤਾਂ ਆਰਾਮ ਫਰਮਾ ਰਹੇ ਸੀਗੇ, ਉਹਦੀ ਤੇ ਆ ਜਿਹੜੀ ਹੁਣ ਤੁਸੀਂ ਸਟੇਟਮੈਂਟ ਕੋਟ ਕੀਤੀ ਹੈ ਵੀ ਪਹਿਲਾਂ ਰੈਲੀ 'ਚ ਜਾਣਾ, ਗੁਰਦੁਆਰਾ ਸਾਹਿਬ ਮੱਥਾ ਟੇਕਣ ਨਹੀਂ ਜਾਣਾ, ਇਹ ਤਾਂ ਬਹੁਤ ਜ਼ਿਆਦਾ ਆਲੋਚਨਾ ਹੋ ਰਹੀ ਹੈ। ਲੋਕ ਕਹਿ ਰਹੇ ਇਦੂ ਹੌਲੇ ਮਿਆਰ ਦੀ ਟਿੱਪਣੀ ਤਾਂ ਹੋ ਹੀ ਨਹੀਂ ਸਕਦੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਪ੍ਰਵੀਨ ਜੀ, ਔਰ ਆਰਾਮ ਵਾਲਾ ਵੀ ਸਟੇਟਮੈਂਟ ਵਾहियात ਹੈ। ਹਾਂਜੀ, ਬਿਲਕੁਲ, ਬਿਲकुल। ਜਦੋਂ ਪੰਜਾਬ ਦੇ ਇੰਨੇ ਸੰਕਟ ਇਹ ਹੋਣ ਤੇ ਤੁਸੀਂ ਕਹੋ ਕਿ ਆਰਾਮ ਕਰ ਰਹੇ ਸੀ। ਇਹ ਵਾहियात ਸਟੇਟਮੈਂਟ ਹੈ। ਹੂੰ, ਹੂੰ, ਹੂੰ। ਇਸ ਨੂੰ ਆਪਾਂ ਬਿਲਕੁਲ ਇੱਕ ਸਟੈਂਡਰਡ ਦੀ ਪੈਮਾਨੇ ਦੀ ਸਟੇਟਮੈਂਟ ਨਹੀਂ ਜੀ। ਗਿਣਾਂਗੇ। ਸੁਖਬੀਰ ਸਿੰਘ ਬਾਦਲ ਕੋਈ ਹੁਣ ਕਹਿ ਲਓ ਕਿ ਯੰਗ ਲੀਡਰ ਨਹੀਂ ਹੈ, ਤਾਂ ਹਾਂਜੀ, ਤੁਸੀਂ ਆਰਾਮ ਨਹੀਂ ਕਰ ਰਹੇ, ਜੀ। ਬਲਕਿ ਆਰਾਮ ਕਰ ਕਰਕੇ ਥੱਕ ਚੁੱਕੇ ਹੋ। ਥੱਕ ਚੁੱਕੇ, ਬਿਲਕੁਲ ਸਹੀ, ਬਿਲਕੁਲ। ਤੁਹਾਨੂੰ ਲੋਕਾਂ ਨੇ ਇੰਨਾ ਆਰਾਮ ਕਰਵਾਤਾ ਕਿ ਤੁਸੀਂ, ਕਿਉਂਕਿ ਹੁਣ ਆਪਾਂ ਕਹਿੰਦੇ ਨਹੀਂ ਕਿ ਯਾਰ ਮੈਂ ਤੇ ਪਿਆ ਪਿਆ ਹੀ ਥੱਕ ਗਿਆ। ਹੂੰ, ਤੁਸੀਂ ਇੰਨੇ ਆਰਾਮ 'ਚ ਚਲੇ ਗਏ ਕਿ ਹੁਣ ਆਰਾਮ ਹਰਾਮ ਹੋ ਗਿਆ। ਆਰਾਮ, ਜੀ। ਤੋ ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਮੇਰੇ ਖਿਆਲ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਸੁਖਬੀਰ ਸਿੰਘ ਬਾਦਲ 'ਚ ਇੱਕ ਕਾਮਨ ਗੱਲ ਹੈ ਜੀ। ਕਿ ਇਹ ਦੋਵੇਂ ਲੀਡਰ, ਮੈਨੂੰ ਲੱਗਦਾ ਕਿ ਆਪਣਾ ਸੁਭਾਅ ਇਹ ਕਦੇ ਨਹੀਂ ਬਦਲ ਸਕਣਗੇ। ਇਹ ਇਹਨਾਂ 'ਚ ਗੱਲ ਮੈਨੂੰ ਸਾਂਝੀ ਨਜ਼ਰ। ਜੀ। ਅਗਲੀ ਵੱਡੀ ਖਬਰ ਮਿੰਟੂ ਜੀ ਅੰਮ੍ਰਿਤਪਾਲ ਸਿੰਘ ਦੇ ਬਾਬਤ ਆ ਰਹੀ ਆ। ਉਹਨਾਂ ਅੰਮ੍ਰਿਤਪਾਲ ਸਿੰਘ ਦੇ ਉੱਤੇ UAPA ਲਾਤਾ ਜੀ।
ਪ੍ਰਵੀਨ ਜੀ, ਇਹ UAPA ਨਾ ਅਮਰਤਪਾਲ ਸਿੰਘ ਤੇ ਅਸੀਂ ਅੱਗੇ ਵੀ ਇੱਕ ਦਿਨ ਗੱਲ ਕਰਦੇ ਸੀਗੇ, ਹਾਂਜੀ ਤੇ ਮੈਨੂੰ ਕੁਝ ਡਾਕੂਮੈਂਟ ਹਾਸਲ ਹੋਏ ਸੀਗੇ ਤੇ ਉਹਦੇ ਚ ਜਿਹੜਾ ਇਹਨਾਂ ਤੋਂ ਸਮਾਨ ਫੜਿਆ ਗਿਆ ਸੀ, ਕਥਿਤ ਤੌਰ ਤੇ ਦਾਅਵਾ ਕੀਤਾ ਗਿਆ ਅਸਮ ਡਿਬਰੂਗੜ੍ਹ ਜੇਲ੍ਹ ਚੋਂ, ਤਾਂ ਉਹਦੇ ਵਿੱਚ ਜਿਹੜਾ ਜੇਲ੍ਹ ਸੁਪਰੀਡੈਂਟ ਸੀ ਉਹਦੇ ਤੇ UAPA ਲੱਗੀ ਹੋਈ ਆ। ਜੀ ਤੇ ਮੈਂ ਉਦੋਂ ਵੀ ਕਿਹਾ ਸੀਗਾ, ਇਹਨਾਂ ਦੇ ਵਕੀਲਾਂ ਨਾਲ ਵੀ ਮੈਂ ਗੱਲ ਕੀਤੀ, ਤਾਂ ਉਹ ਕਹਿੰਦੇ ਵੀ ਹਾਂ ਬਿਲਕੁਲ ਹਾਲੇ ਨਾਮਜ਼ਦ ਤਾਂ ਨਹੀਂ ਹੈ, ਪਰ ਨਾਮਜ਼ਦ ਉਹ ਕਰ ਸਕਦੇ ਆ, ਕਿਉਂਕਿ ਜਦੋਂ ਇੱਕ ਹੀ ਕੇਸ ਦੇ ਵਿੱਚ ਇੱਕ ਅਫਸਰ ਤੇ UAPA ਲੱਗ ਗਿਆ, ਤਾਂ ਜਿਨ੍ਹਾਂ ਦੀ ਬੈਰਕ ਚੋਂ ਫੜਿਆ ਤਾਂ ਫਿਰ ਉਹਨਾਂ ਤੇ ਵੀ UAPA ਲਾਇਆ ਜਾ ਸਕਦਾ। ਜੀ ਮਤਲਬ ਮੈਨੂੰ ਇਉਂ ਸੀਗਾ ਕਿ ਜੇ ਮੰਨ ਲਓ ਹਾਈ ਕੋਰਟ ਚੋਂ ਵੀ ਇਹਨਾਂ ਨੂੰ ਰਿਲੀਫ ਮਿਲਦੀ ਆ, ਤਾਂ ਉਹ ਸ਼ਾਇਦ ਨਾਲ ਦੀ ਨਾਲ UAPA ਚ ਨਾਮਜ਼ਦ ਕਰ ਲੈਣਗੇ। ਇਹ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਜੀ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਅਕਤੂਬਰ ਦੇ ਵਿੱਚ ਇੱਕ ਨੌਜਵਾਨ ਜਿਹੜੇ ਕਿ ਸਿੱਖ ਐਕਟਿਵਿਸਟ ਸੀਗੇ, ਸਿੱਖ ਐਕਟਿਵਿਸਟ ਗੁਰਪ੍ਰੀਤ ਸਿੰਘ ਹਰੀਨੋ, ਉਹਨਾਂ ਦਾ ਕਤਲ ਹੋ ਜਾਂਦਾ ਹੈ। ਜੀ ਤੇ ਤੁਹਾਨੂੰ ਪਤਾ ਉਸ ਕਤਲ ਦਾ ਇਲਜ਼ਾਮ ਸਿੱਧਾ ਇਹਨਾਂ ਤੇ ਗਿਆ ਕਥਿਤ ਤੌਰ ਤੇ। ਉਹਨਾਂ ਦੇ ਪਰਿਵਾਰ ਨੇ, ਸਮਰਥਕਾਂ ਨੇ ਮੂੰਹੋਂ ਮੂੰਹ ਦੋਸ਼ ਲਾਏ, ਹਾਲਾਂਕਿ ਇਧਰਲੀ ਧਿਰ ਮਨਾ ਕਰਦੀ ਰਹੀ। ਪਰ ਬਹੁਤ ਸਾਰਾ ਉਹ ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਭੇਡ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ। ਜੀ ਜੀ ਉਸ ਤੋਂ ਬਾਅਦ ਹੁਣ ਦੇਖੋ, ਉਹ ਮਾਮਲਾ ਪੈਂਡਿੰਗ ਸੀਗਾ, ਬੰਦੇ 6-7 ਫੜ ਲਏ ਗਏ ਸੀਗੇ। ਅਰਸ਼ ਡੱਲਾ ਨੇ ਕਥਿਤ ਤੌਰ ਤੇ ਦਾਅਵਾ ਕੀਤਾ ਕਿ ਮੇਰੇ ਨਾਲ ਇੱਕ ਬਹਿਸ ਹੋਈ ਸੀ ਕਿ ਉਸ ਤੋਂ ਬਾਅਦ ਮੈਂ ਹੀ ਕਤਲ ਕਰਵਾਇਆ। ਹੁਣ ਇਹ ਵੀ ਇੱਕ ਬੜੀ ਚਿੰਤਾਜਨਕ ਗੱਲ ਆ ਕਿ ਬਈ ਬਹਿਸ ਤੋਂ ਹੀ ਕਤਲ ਹੋਣੇ ਸ਼ੁਰੂ ਹੋ ਗਏ, ਜੀ ਜੀ ਜਾਂ ਕਹਿ ਲਓ ਕਿਸੇ ਤਲਖੀ ਤੋਂ, ਗਾਲਮੰਦੇ ਤੋਂ। ਤਾਂ ਉਸ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਨਾਮਜ਼ਦ ਕਰ ਲਿਆ ਗਿਆ ਸੀ ਇਸ ਮਾਮਲੇ 'ਚ, ਤੁਹਾਨੂੰ ਯਾਦ ਹੋਣਾ। ਜੀ ਜੀ ਹੁਣ SIT ਨੇ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਾਣਕਾਰੀ ਦਿੱਤੀ ਆ ਕਿ ਅਰਸ਼ ਡੱਲਾ ਅਤੇ ਅਮਰਤਪਾਲ ਸਿੰਘ ਨੂੰ UAPA ਤਹਿਤ ਨਾਮਜ਼ਦ ਕਰ ਲਿਆ। ਤਾਂ ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ NSA ਯਾਨੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਕਟ ਆ, ਜੇ ਉਹਦੇ ਵਿੱਚ ਕੱਲ ਨੂੰ ਐਕਸਟੈਂਸ਼ਨ ਨਹੀਂ ਵੀ ਦਿੰਦੇ, ਮਤਲਬ ਕਿ ਉਹਨੂੰ ਐਕਸਟੈਂਡ ਨਹੀਂ ਕਰਦੇ, ਤਦ ਵੀ UAPA ਕੋਈ ਛੋਟਾ ਕਾਨੂੰਨ ਤੇ ਹੈ ਨਹੀਂ, ਤੁਹਾਨੂੰ ਪਤਾ ਹੀ ਆ। ਸੋ ਇਸ ਵਾਸਤੇ ਕੁਝ ਲੋਕ ਇੱਥੇ, ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ, ਇੱਥੇ ਇੱਕ ਤੁਹਾਨੂੰ ਪਤਾ ਹੀ ਆ ਕਿ ਫੇਕ ਪੋਸਟਰ ਦੇਖਣ ਨੂੰ ਮਿਲ ਜਾਏਗਾ, ਜਾਂ ਇੱਕ ਐਸਾ ਸ਼ਗੂਫਾ ਜਿਹਾ ਛੱਡ ਦਿੰਦੇ ਕਿ 14 ਤਰੀਕ ਨੂੰ ਅਮਰਤਪਾਲ ਸਿੰਘ ਆ ਰਹੇ ਆ। ਪਹਿਲਾਂ ਇਹਨਾਂ ਨੇ ਕਿਹਾ ਕਿ ਜਿੱਤਣ ਉਪਰੰਤ ਰਿਹਾ ਹੋ ਜਾਏਗਾ, ਉਦੋਂ ਮੈਂ ਕਿੰਨਾ ਕਹਿੰਦਾ ਰਿਹਾ ਕਿ ਨਹੀਂ, ਕੋਈ MP ਜਿੱਤ ਕੇ ਰਿਹਾ ਨਹੀਂ ਹੋ ਸਕਦਾ ਜੀ, ਜਦੋਂ ਤੱਕ ਸਟੇਟ ਉਸ ਨੂੰ ਰਿਹਾ ਨਹੀਂ ਕਰਦੀ ਜੀ, ਜਾਂ ਅਦਾਲਤ ਉਸ ਨੂੰ ਰਿਹਾ ਨਹੀਂ ਕਰਦੀ। ਤਾਂ ਤੁਹਾਡੇ ਸਾਹਮਣੇ, ਸੋ ਮਤਲਬ ਇਹ ਹੈ ਕਿ ਹੁਣ 14 ਜਨਵਰੀ ਦਾ ਜ਼ਿਕਰ ਆ ਰਿਹਾ ਸੀਗਾ ਕਿ ਅਮਰਤਪਾਲ ਸਿੰਘ ਆ ਰਹੇ ਆ, ਪਰ ਅੱਜ ਹੁਣ ਖਬਰਾਂ ਜਿਹੜੀਆਂ ਲੱਗੀਆਂ ਨੇ ਕਿ SIT ਨੇ ਕੋਰਟ ਦੇ ਵਿੱਚ ਜਾ ਕੇ ਗੱਲ ਕਹੀ ਆ ਕਿ ਅਸੀਂ ਅਮਰਤਪਾਲ ਸਿੰਘ ਅਤੇ ਅਰਸ਼ ਡੱਲਾ ਦੋਨਾਂ ਨੂੰ ਨਾਮਜ਼ਦ ਕਰ ਲਿਆ। ਤੇ ਇਹਦਾ ਮਤਲਬ ਕੀ ਹੈ? ਸਾਫ਼ ਹੈ, ਸਪਸ਼ਟ ਹੈ ਕਿ ਅਮਰਤਪਾਲ ਸਿੰਘ ਦੀਆਂ ਮੁਸ਼ਕਲਾਂ NSA ਜੇ ਰੱਦ ਵੀ ਹੋਇਆ ਕੱਲ ਨੂੰ, ਕਿਉਂਕਿ ਸੁਣਵਾਈਆਂ ਚੱਲ ਰਹੀਆਂ ਨੇ, ਤਦ ਵੱਧ ਜਾਣਗੀਆਂ। ਜਦੋਂ ਇਧਰੋਂ ਰਿਲੀਫ ਮਿਲੇਗੀ ਤਾਂ ਇਹ ਜਿਹੜਾ UAPA ਵਾਲਾ ਕਾਨੂੰਨ ਆ ਉਹ ਲਾਗੂ ਹੋ ਜਾਏਗਾ। ਸੋ ਇਸ ਵਾਸਤੇ ਇਹ ਵੱਡੀ ਖਬਰ ਹੈ ਕਿ ਜਦੋਂ ਇਹਨਾਂ ਦੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ, ਜਦੋਂ ਇਹ ਕਹਿ ਲਓ ਕਿ ਬਹੁਤ ਹੱਦ ਤੱਕ SGPC ਇਲੈਕਸ਼ਨ ਜਾਂ ਵਿਧਾਨ ਸਭਾ ਇਲੈਕਸ਼ਨ ਉਹਦੀ ਤਿਆਰੀ ਵਿੱਢ ਰਿਹਾ ਹੈ, ਤਾਂ ਠੀਕ ਉਸ ਵੇਲੇ ਇਹ ਖਬਰ ਆ ਜਾਣੀ ਬਹੁਤ ਹੀ ਵੱਡੀ ਖਬਰ ਬਣ ਜਾਂਦੀ ਹੈ, ਕਿਉਂਕਿ ਅਰਸ਼ ਡੱਲਾ ਤੇ ਇਸ ਵੇਲੇ ਇੰਡੀਆ 'ਚ ਆਈ ਨਹੀਂ ਹੈ। ਅਮਰਤਪਾਲ ਸਿੰਘ ਕਿਉਂਕਿ ਕਸਟਡੀ ਦੇ ਵਿੱਚ ਹੈ, ਤਾਂ ਇਹਨਾਂ ਤੇ ਤਾਂ ਫਿਰ ਸਾਰਾ ਕੁਝ ਜਿਹੜਾ ਤੁਹਾਨੂੰ ਪਤਾ ਲਾਗੂ ਇਹਨਾਂ ਨੇ ਕਰ ਹੀ ਦੇਣਾ ਜੀ। ਹਾਂਜੀ ਹਾਂਜੀ ਬਿਲਕੁਲ। ਤੇ ਰਾਣਾ ਗੁਰਜੀਤ ਮਿੰਟੂ ਜੀ ਕਹਿ ਰਹੇ ਆ, ਉਹ ਕਹਿੰਦੇ ਖੇਤੀ ਕਾਨੂੰਨ ਤਾਂ ਆ ਰਹੇ ਆ ਜੀ, ਕਿਸਾਨ ਆਗੂ ਵੀ ਇਹ ਗੱਲ ਕਹਿੰਦੇ ਜੀ। ਪ੍ਰਵੀਨ ਜੀ, ਜਿਹੜੇ ਰਾਣਾ ਗੁਰਜੀਤ ਸਿੰਘ ਹੈ ਨਾ, ਮੈਂ ਉਹਨਾਂ 'ਚ ਮਤਲਬ ਕਿ ਕਹਿ ਲਓ ਕਿ ਕਈ ਦੇਖਦਾ ਹਾਂ ਨਾ, ਜਿੱਦਾਂ ਮਲਟੀ ਪਰਸਨੈਲਿਟੀ ਪਰਸਨ ਹੁੰਦੇ ਆ, ਉਹ ਕਾਰੋਬਾਰੀ ਵੀ ਹੈ ਜੀ, ਜੱਟ ਮੂਡ ਬੰਦਾ, ਜੱਟ ਮੂਡ ਤੁਹਾਨੂੰ ਪਤਾ ਹੀ ਹੈ। ਫਿਰ ਇਸ ਤੋਂ ਇਲਾਵਾ ਪੋਲੀਟੀਸ਼ੀਅਨ ਤੇ ਬਜ਼ੁਰਗ ਤੇ ਹੈਗਾ ਉਮਰ ਦਰਾਜ਼।
ਰਾਣਾ ਗੁਰਜੀਤ ਨੇ ਇੱਕ ਗੱਲ ਕਹੀ ਆ, ਉਹਨੇ ਕਿਹਾ ਕਿ ਦੇਖੋ ਅਸਿੱਧੇ ਢੰਗ ਦੇ ਨਾਲ ਜਿਹੜੇ ਕੁਝ ਮਹੀਨੇ ਪਹਿਲਾਂ ਇਹ ਜਿਹੜੇ ਖੇਤੀ ਕਾਨੂੰਨ ਵਾਪਸ ਲੈ ਗਏ ਸੀਗੇ, ਇਹਨਾਂ ਦੀ ਉਹ ਹੀ ਵਾਪਸੀ ਹੋ ਰਹੀ ਆ। ਠੀਕ ਹੈ। ਇਹ ਬੜੀ ਵੱਡੀ ਸਟੇਟਮੈਂਟ ਹੈ ਨਾ ਕਿਸੇ ਕਾਰੋਬਾਰੀ ਦੀ, ਕਿਉਂਕਿ ਰਾਣਾ ਗੁਰਜੀਤ ਕੋਈ ਛੋਟਾ ਮੋਟਾ ਕਾਰੋਬਾਰੀ ਨਹੀਂ ਹੈ। ਸੋ ਰਾਣਾ ਸ਼ੂਗਰ ਜਿਹੜਾ ਸੇਬੀ ਆ, ਤੁਸੀਂ ਆ ਦੇਖਦੇ ਹੋ ਸ਼ੇਅਰ ਬਾਜ਼ਾਰ, ਇਹਦੇ ਵਿੱਚ ਲਿਸਟਡ ਕੰਪਨੀ ਹੈ ਇਹਨਾਂ ਦੀ ਜੀ, ਉਹਦੇ ਸ਼ੇਅਰ ਨੇ, ਆਨਲਾਈਨ ਕੋਈ ਵੀ ਖਰੀਦ ਸਕਦਾ ਹੈ ਜੀ। ਮੇਰਾ ਅੰਦਾਜ਼ਾ ਕਿ 20-25 ਰੁਪਏ ਦਾ ਸ਼ੇਅਰ ਹੋਏਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਐਡਾ ਤਕੜਾ ਕਾਰੋਬਾਰੀ ਹੈ ਤੇ ਬਰੀਕੀਆਂ ਨੂੰ ਸਮਝਦਾ। ਜੇ ਉਹ ਕਹਿ ਰਿਹਾ ਨਾ ਤਾਂ ਸਮਝ ਲਓ ਕਿ ਦਮ ਹੈ ਇਸ ਚੀਜ਼ 'ਚ। ਕਿਸਾਨ ਆਗੂ ਤੇ ਕਹਿ ਹੀ ਰਹੇ, ਪਰ ਇਹਨਾਂ ਸਾਰਿਆਂ ਤੋਂ ਪਹਿਲਾਂ ਆਪਾਂ ਦੱਸ ਹੀ ਚੁੱਕੇ ਸੀ ਕਿ ਕਿਸ ਤਰ੍ਹਾਂ ਇਹ APMC ਨੂੰ ਜਿਹੜਾ ਖੇਤੀ ਖਰੜਾ ਜਿਹੜਾ ਉਹ ਇੱਕ ਖਤਰਾ ਪੈਦਾ ਕਰਦਾ। ਤਾਂ ਹੁਣ ਮਸਲਾ ਤੇ ਇਹੋ ਹੀ ਹੈ ਨਾ ਕਿ ਖੇਤੀ ਕਾਨੂੰਨ ਸਰ, ਇਹਦੇ ਵਿੱਚ ਇੱਕੋ ਹੀ ਇਹ ਪ੍ਰੋਬਲਮ ਸੀ ਕਿ APMC ਨੂੰ ਖਤਰਾ, ਜਿਹੜਾ ਖੇਤੀ ਕਾਨੂੰਨ ਸੀ, ਹੋਰ ਉਹਦੇ 'ਚ ਕੀ ਸੀਗਾ ਕਿ ਸਰਕਾਰ ਉਹਦੇ 'ਚੋਂ ਬਾਹਰ ਆ, ਪ੍ਰਾਈਵੇਟ ਪਲੇਅਰ, ਚਾਹੇ ਉਹ ਕੰਟਰੈਕਟ 'ਚ ਹੈ, ਚਾਹੇ ਰੌਲੇ 'ਚ ਹੈ, ਸਰਕਾਰ ਕਿਸੇ ਵੀ ਥਾਂ ਤੇ ਨਹੀਂ ਨਜ਼ਰ ਆਉਂਦੀ ਜੀ। ਤੇ ਹੋਰ ਇਹਦੇ 'ਚ ਹੁਣ ਆ ਕੀ ਆ, ਤੁਹਾਨੂੰ ਯਾਦ ਹੋਣਾ, ਮੈਂ ਤੇ ਉਹ ਜਿਹੜਾ ਖੇਤੀ ਖਰੜਾ ਸੀਗਾ ਉਹਦੇ ਵਿੱਚੋਂ 6 ਨੁਕਤੇ ਕਿਸੇ ਵਿਦਵਾਨ ਨੇ ਕੱਢੇ ਤੇ ਉਹਨਾਂ ਨੂੰ ਮੈਂ ਜਦੋਂ ਪੜ੍ਹਿਆ, ਮੈਨੂੰ ਬਹੁਤ ਹੱਦ ਤੱਕ ਸਮਝ ਆਈ ਕਿ ਹਾਂ ਯਾਰ, 33 ਪੰਨਿਆਂ ਦਾ ਜਿਹੜਾ 34 ਪੰਨਿਆਂ ਦਾ ਖੇਤੀ ਖਰੜਾ ਹੈ, ਤਾਂ ਉਹਦੇ ਵਿੱਚੋਂ ਇੱਕ ਵੀ ਨੁਕਤਾ ਜੇ ਲਾਗੂ ਹੋ ਜਾਂਦਾ ਹੈ ਜੀ, ਤਾਂ ਉਹ ਤਾਂ APMC ਨੂੰ ਲੈ ਡਿੱਗੇਗਾ। ਦੇਖੋ APMC ਯਾਨੀ ਜਿਹੜਾ ਸਾਡਾ ਸਾਰਾ ਇੱਥੋਂ ਦਾ ਢਾਂਚਾ ਹੈ, ਮੰਡੀ ਦਾ ਢਾਂਚਾ ਹੈ। ਹੁਣ ਉਹਦੇ 'ਚ ਇੱਕ ਮਜ਼ਦੂਰ ਤੋਂ ਲੈ ਕੇ ਕਿਸਾਨ, ਧਾਨਕ, ਨੰਬਰਦਾਰ, ਬਾਹਰ ਦੀ ਲੇਬਰ, ਆੜਤੀਆ, ਸ਼ੈਲਰ ਮਾਲਕ, ਇਹ ਸਾਰੇ ਆ ਜਾਂਦੇ। 4 ਸਾਡੀਆਂ ਖਰੀਦ ਏਜੰਸੀਆਂ ਆ ਜਾਂਦੀਆਂ ਜੀ, ਪਨਸਪ ਹੈ, ਵੇਅਰ ਹਾਊਸ ਹੈ, ਪਨਗ੍ਰੇਨ ਹੈ, ਮਾਰਕਫੈਡ ਹੈ ਜੀ, ਏਦਾਂ। ਤਾਂ ਮਤਲਬ ਕਿ ਇਹ ਏਜੰਸੀਆਂ ਦੇ ਜਿਹੜੇ ਮੁਲਾਜ਼ਮਤ ਕਰਦੇ ਨੇ, ਤਾਂ ਕਿੰਨੇ 25,000 ਆੜਤੀਆਂ ਨੂੰ ਮਲਟੀਪਲਾਈ ਕਰ ਲਓ ਉਹਨਾਂ ਦੇ ਜੀਆਂ ਦੇ ਨਾਲ, 25,000 ਮੁਨੀਮ ਹੈ, 25,000 ਹੀ ਨੰਬਰਦਾਰ ਹੈ ਉਹਨਾਂ ਦਾ ਜੀ, ਠੀਕ ਹੈ ਨਾ ਜੀ। 1 ਲੱਖ ਮੰਡੀਆਂ 'ਚ ਜੇ ਮਜ਼ਦੂਰ ਕਰਦਾ ਮਿਹਨਤ, ਤਾਂ ਤੁਸੀਂ ਉਹਦਾ ਪਰਿਵਾਰ ਗਿਣ ਲਓ ਕਿੰਨੇ ਜੀ ਉਹਦੇ ਤੇ ਨਿਰਭਰ ਹੈ। 3500 ਸ਼ੈਲਰ ਹੈ ਮੇਰਾ ਅੰਦਾਜ਼ਾ ਹੈ ਪੂਰੇ ਪੰਜਾਬ 'ਚ, ਉਹਦੇ 'ਚ ਲੇਬਰ ਕੰਮ ਕਰਦੀ, ਉਹਦੇ 'ਚ ਪਾਰਟਨਰ, ਉਹਦਾ ਅਰਥਚਾਰੇ ਦਾ ਸਾਈਕਲ ਸਾਰਾ ਦੇਖ ਲਓ ਤੁਸੀਂ ਕਿੰਨਾ ਹੋ ਜਾਏਗਾ ਜੀ। ਤਾਂ ਇਹ ਸਾਰਾ ਕੁਛ ਹੀ ਜਿਹੜਾ ਦਾਅ ਤੇ ਲੱਗਦਾ ਹੈ ਨਾ। ਜਦੋਂ APMC ਹੁਣ ਖਤਰਾ ਕੀ, ਉਹਦੇ 'ਚ ਇੱਕ ਬੜੀ ਤੁਹਾਨੂੰ ਸਿੰਪਲ ਗੱਲ ਦੱਸ ਦਿੰਦਾ ਕਿ ਨਵੇਂ ਖੇਤੀ ਖਰੜੇ 'ਚ ਕੀ ਹੈ ਕਿ ਉਹਦੇ 'ਚ ਛੋਟਾ ਕਾਰੋਬਾਰੀ ਆ, ਆੜਤੀ ਹੈ ਜਿਹੜਾ, ਉਹ ਵੀ ਟਿਕ ਨਹੀਂ ਪਾਏਗਾ। ਕਿਉਂ? ਕਿਉਂਕਿ ਇੱਕ ਤੇ ਇਹ ਆ ਕਿ ਜਿਹੜਾ ਪ੍ਰਾਈਵੇਟ ਪਲੇਅਰ ਹੈ ਉਹਦੇ 'ਚ ਵੀ ਤਗੜੇ ਮਾੜੇ ਦਾ ਫਰਕ ਹੋਏਗਾ ਜੀ। ਕਿਉਂ? ਕਿਉਂਕਿ ਇੱਕੋ ਹੀ ਲਾਇਸੈਂਸ ਲੈਣਾ ਹੈ, ਕਿਸੇ ਨੇ ਲਾਇਸੈਂਸ ਲੈ ਲਿਆ ਤਾਂ ਹੁਣ ਜਿਵੇਂ ਇੱਕ ਆੜਤੀ ਹੈ, ਉਹ ਜੇ ਕਿਤੇ ਮਤਲਬ ਬਠਿੰਡੇ 'ਚ ਕਾਰੋਬਾਰ ਕਰਦਾ ਹੈ ਤੇ ਇਹਨੇ ਜੇ ਮਾਨਸਾ 'ਚ ਜਾ ਕੇ ਆੜਤ ਕਰਨੀ ਤਾਂ ਉੱਥੇ ਨਵੇਂ ਸਿਰੇ ਤੋਂ ਸਾਰਾ ਕੁਝ ਕਰਨਾ ਪਊਗਾ। ਪਰ ਇਹਨਾਂ ਨੇ ਉਹਦੇ ਵਿੱਚ ਇਹ ਲਿਖਿਆ ਕਿ ਸਿੱਧਾ ਹੀ ਜਾ ਕੇ ਇੱਕ ਕਾਰੋਬਾਰ ਕਰਨ ਵਾਸਤੇ ਕਾਰੋਬਾਰੀ ਜਿਹੜਾ ਹੈ ਇੱਕ ਲਾਇਸੈਂਸ ਹਾਸਲ ਕਰੇਗਾ, ਜਿਹੜੇ ਮੰਡੀ 'ਚ ਜਾ ਕੇ ਮਰਜ਼ੀ ਫਸਲ ਖਰੀਦੇ ਹੋ। ਤਾਂ ਜਿਹੜੇ 10-15 ਪਲੇਅਰ ਹੋ ਸਕਦਾ ਹੈ ਕਿ ਅੱਧਾ ਕੰਮ ਇਕੱਲੇ ਹੀ ਖਿੱਚ ਕੇ ਲੈ ਜਾ, ਤਾਂ ਕਿੱਥੇ ਤਾਂ ਹੁਣ 25,000 ਆੜਤੀ ਹੈ ਨਾ, ਹੋ ਸਕਦਾ 25 ਬੰਦੇ ਹੀ ਉਹਨਾਂ ਪੈਸਾ ਸਿੱਟ ਕੇ ਸਾਰਾ ਕੁਝ ਖਰੀਦ ਲੈਣ ਜੀ। ਮਤਲਬ ਕਿ ਇਹ ਕਈ ਚੀਜ਼ਾਂ ਨੇ। ਰਾਣਾ ਗੁਰਜੀਤ ਨੇ ਜਿਹੜੀ ਸਟੇਟਮੈਂਟ ਦਿੱਤੀ ਆ, ਠੀਕ ਦਿੱਤੀ ਆ। ਇਸ ਤੋਂ ਇਲਾਵਾ ਇਹ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ, ਇਹ ਵੀ ਠੀਕ ਆ। ਉਧਰੋਂ ਕਿਸਾਨ ਕਹਿੰਦੇ ਕਿ ਅਸੀਂ ਲੋਹੜੀ ਐਤਕੀ ਨੂੰ ਸਾੜ ਕੇ ਖਰੜੇ ਨੂੰ ਫੇਰ ਸੇਕਣੀ ਆ, ਅੰਧੇਰ ਹੋਰੀ ਕਹਿੰਦੇ, ਇਹ ਵੀ ਠੀਕ ਹੋ ਗਿਆ। ਪਰ ਮਤਲਬ ਕਿ ਇਹ ਚੱਲੇ ਸੀਗੇ ਦੇਸ਼ ਨੂੰ MSP ਦਿਵਾਉਣ, ਤੇ ਇਹਨਾਂ ਦਾ ਤਾਂ ਆਪਣਾ APMC ਚੱਲਿਆ। ਹਾਂਜੀ ਬਿਲਕੁਲ।
ਤੇ ਬੁਲਾਓ ਸਾਰੇ ਦੇਸ਼ ਨੂੰ ਹੁਣ। ਹੂੰ। ਅੰਧੇਰ ਨੂੰ ਕਹੋ ਜੀ ਕੇਰਲਾ ਤੋਂ ਬੁਲਾ ਲਾ, ਹਾਂਜੀ। ਟਰਾਲੀਆਂ ਭਰ ਕੇ ਆ ਜਾਣ ਤੇਰੇ ਪਿੱਠ ਤੇ, ਹੂੰ। ਬਿਹਾਰ ਚੋਂ ਆ ਜਾਣ, ਨਹੀਂ ਸਰ ਆਉਣਗੇ ਕਿਸੇ ਸਹੀ। ਨੇ ਨਹੀਂ ਆਉਣਾ। ਹੂੰ, ਬਿਲਕੁਲ ਜੀ। ਪਤਾ ਨਹੀਂ ਸਾਡੇ ਕੀ ਖੁਰਕ ਹੁੰਦੀ ਆ, ਅਸੀਂ ਚੱਲੇ ਆ ਜੀ ਸਾਰੇ ਦੇਸ਼ 'ਚ MSP ਦਿਵਾਉਣ। ਹੂੰ। ਤਾਂ ਤੁਹਾਡਾ APMC ਟੁੱਟਣ ਜਾ ਰਿਹਾ, ਤੁਹਾਡੇ ਨਾਲ ਤੇ ਹੁਣ ਪੂਰਨ ਤੌਰ ਤੇ ਹਰਿਆਣੇ ਵਾਲੇ ਨਹੀਂ ਖਲੋਂਦੇ, ਕਿਉਂਕਿ ਜਾਟ ਜਿਹੜੇ ਆ, ਹਾਂਜੀ। ਜਾਟ ਤਾਂ ਉਹਨਾਂ ਨੇ ਪਾਵਰਲੈਸ ਕਰਤੇ ਉੱਥੇ, ਹੂੰ, ਉਹ ਤਾਂ ਬਰਫ਼ ਚਲਾਏ ਪਏ ਨੇ ਸਰ। ਸਹੀ ਹੈ। ਹਰਿਆਣੇ ਦਾ ਜਾਟ ਤੇ ਭਾਜਪਾ, ਆਹੀ ਗੱਲ ਹੁਣ ਪੰਜਾਬ, ਉਹਨਾਂ ਨੇ ਆਹੀ ਲੋੜ ਵਾਸਤੇ ਤੇ ਇੱਥੇ ਜ਼ੋਰ ਲਾਉਣਾ ਹੈ ਨਾ, ਹੂੰ, ਹੂੰ। ਕਿ ਇੱਕ ਵਾਰੀ ਨੌਨ ਜੱਟ CM ਬਣਾ ਲਓ ਉੱਥੇ, ਫਿਰ ਦੇਖਿਓ ਕੀ ਬਣਦਾ। ਹੂੰ, ਤਾਂ ਮਤਲਬ ਕਿ ਇਹ ਗੱਲਾਂ ਨੂੰ ਸਮਝਣ ਤੇ ਤਦ ਹੈ ਨਾ, ਕਿ ਹੁਣ ਤੇ ਤੁਹਾਡੇ ਆਪਣੇ ਘਰ ਨੂੰ ਪੈ ਗਏ, ਉਹ ਜੜ ਨੂੰ ਪੈ ਗਏ, ਜੀ। ਤਾਂ ਤੁਸੀਂ ਘੱਟੋ ਘੱਟ ਹੁਣ ਛੱਡੋ ਖੜਾ ਦੂਜਿਆਂ ਦਾ ਘਰ ਸਾਂਭਣ ਦਾ, ਤੁਸੀਂ ਹਰਿਆਣੇ ਤੇ ਪੰਜਾਬ ਨੂੰ ਇਕਜੁੱਟ ਕਰਕੇ ਆਪਣਾ ਢਾਂਚਾ ਬਚਾਓ। ਤਾਂ ਇਹ ਸਟੇਟਮੈਂਟ ਰਾਣਾ ਗੁਰਜੀਤ ਕੋਈ ਨਿਰੋਲ, ਮੈਂ ਇਸ ਨੂੰ ਪੋਲੀਟੀਕਲ ਸਟੇਟਮੈਂਟ ਨਹੀਂ ਮੰਨਾਂਗਾ, ਇੱਕ ਕਾਰੋਬਾਰੀ ਦੇ ਲਿਹਾਜ਼ ਦੇ ਨਾਲ ਦੇਖਣ ਵਾਲੀ ਚੀਜ਼ ਆ, ਕਿ ਵਾਕਿਆ ਸਾਡੀ ਆਰਥਿਕ ਖਤਰਾ, ਤੇ ਆਰਥਿਕ ਲੜਾਈ ਹੀ ਇੱਕ ਸਾਂਝਾ ਘੋਲ ਬਣਦੀ ਹੁੰਦੀ ਆ, ਜਿਹਦੇ ਚ ਮਜ਼ਦੂਰ, ਜਿਹਦੇ ਚ ਵੱਡਾ ਕਾਰੋਬਾਰੀ ਆ, ਜਿਹਦੇ ਚ ਕਿਸਾਨ, ਸਾਰੇ ਜੁੜਦੇ ਆ। ਬਾਕੀ ਦੇਖਦੇ ਹੁਣ, ਜੇ ਮੰਨ ਲਓ ਕੱਲ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਅੱਗੇ ਵੱਧਦੀਆਂ, ਤਾਂ ਦੇਸ਼ ਭਰ ਚੋਂ ਕਿੰਨੇ ਕੁ ਰਾਜ ਇੱਥੇ ਆਉਂਦੇ ਆ ਪੰਜਾਬ ਦੇ ਨਾਲ ਖੜਨ ਵਾਸਤੇ। ਹਾਂਜੀ, ਬਿਲਕੁਲ। ਉਹ ਜਿਹੜੇ ਹੁਣ ਤੁਸੀਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਮਿੰਟੂ ਜੀ, ਉਹ ਜੇ ਆਪਦੀ ਲੜਾਈ ਨਹੀਂ ਲੜ ਰਹੇ ਹੋ, ਤੇ ਸਾਡੀ ਲੜਾਈ ਕਿੱਥੋਂ ਆ ਕੇ ਲੜ ਲੈਣਗੇ? ਮਤਲਬ MSP ਤਾਂ ਉਹਨਾਂ ਦੀ ਲੜਾਈ ਕਹਿਣਾ ਨਾ, ਅਸੀਂ ਤਾਂ, ਕਿ ਉਹਨਾਂ ਦੀ ਲੜਾਈ ਲੜ ਰਹੇ ਹਾਂ ਅਸੀਂ ਤਾਂ। ਤੇ ਜਿਹੜੇ ਆਪਦੀ ਲੜਾਈ ਲੜ ਰਹੇ, ਤੇ ਸਾਡੀ APMC ਦੀ ਕਿੱਥੋਂ ਲੜ ਲੈਣਗੇ ਉਹ? ਹਾਂ ਬਿਲਕੁਲ ਸਹੀ ਕਿਹਾ ਤੁਸੀਂ, ਮਜ਼ਾਕ ਫਰਮਾਇਆ। ਤਾਂ ਇਹ ਤੇ ਹੁਣ ਇਹਨਾਂ ਨੂੰ ਸੋਚਣਾ ਚਾਹੀਦਾ, ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਨਾ ਲੋਕਾਂ ਨੂੰ। ਪਰ ਮੇਰੇ ਖਿਆਲ ਦੇ ਨਾਲ ਸਰ ਪਾਰਟੀ ਮੀਟਿੰਗ ਸੱਦਣ ਚ ਵੀ ਕੋਈ ਹਰਜ ਨਹੀਂ ਹੈਗਾ। ਜੀ ਜੀ। ਇਹ ਚਰਚਾਵਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਆਪਣੀ ਤਿਆਰੀ ਕਰੋ, ਤੇ ਕਿਸ ਤਰ੍ਹਾਂ ਹਰਿਆਣਾ ਵਿੱਚ ਲਾਮਬੰਦੀ ਕੀਤੀ ਜਾ ਸਕਦੀ ਹੈ, ਸਾਰੀਆਂ ਚੀਜ਼ਾਂ ਵੇਖਣ ਵਾਲੀਆਂ ਨੇ ਜੀ। ਤੇ ਟੀਕੇ ਵਾਲੇ ਦੁੱਧ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਜੀ। ਦੇਖੋ, ਟੀਕਾ ਜਿਹੜਾ ਪਸ਼ੂਆਂ ਨੂੰ ਲਾਇਆ ਜਾਂਦਾ ਹੈ ਚੋਣ ਵਾਸਤੇ, ਉਹੀ ਹੈ ਆਕਸੀਟੋਸਿਨ ਉਹਨੂੰ ਕਹਿੰਦੇ ਨੇ। ਹਾਂਜੀ ਹਾਂਜੀ। ਹੁਣ ਇਹ ਤੇ ਬੜਾ ਅਜੀਬ ਮਾਮਲਾ। ਮੈਂ ਅੱਗੇ ਗੱਲ ਕਹਿੰਦਾ ਸੀਗਾ ਕਿ ਬਈ ਦੇਖੋ, ਇਹ ਜਿਹੜੀਆਂ ਗੱਲਾਂ ਜਿਹੜੀਆਂ ਸਰਕਾਰੀ ਪੱਧਰ ਤੇ ਹੱਲ ਹੋਣੀਆਂ ਚਾਹੀਦੀਆਂ ਨੇ ਪ੍ਰਵੀਨ ਜੀ, ਉਹ ਜਾ ਕਿੱਥੇ ਰਹੀਆਂ ਨੇ? ਹਾਈ ਕੋਰਟ ਦੇ ਵਿੱਚ। ਮਤਲਬ ਚੰਡੀਗੜ੍ਹ ਹਾਈ ਕੋਰਟ ਇਸ ਮਸਲੇ ਨੂੰ ਸੁਣ ਰਿਹਾ ਹੈ ਕਿ ਬਈ ਡੰਗਰਾਂ ਵਾਲਾ ਟੀਕਾ ਜਿਹੜਾ ਉਹ ਲਾ ਕੇ ਤੇ ਦੁੱਧ ਚੋਇਆ ਜਾ ਰਿਹਾ। 227 ਡੇਅਰੀਆਂ 'ਚ ਮੌਜੂਦ, ਕਹਿੰਦੇ ਕਿ 3887 ਪਸ਼ੂਆਂ ਤੇ ਸਰਵੇ ਕੀਤਾ ਗਿਆ, ਜਿਹਦੇ ਆਧਾਰ ਤੇ ਹੀ ਇਹ ਇੱਕ ਜਨਹਿਤ ਪਟੀਸ਼ਨ ਪਾਈ ਗਈ। ਠੀਕ ਹੈ ਬਈ ਆਕਸੀਟੋਸਿਨ ਜਿਹੜਾ ਟੀਕਾ ਹੁੰਦਾ ਹੈ ਉਹ ਇਸਤੇਮਾਲ ਹੁੰਦਾ ਹੈ। ਤਾਂ ਫਿਰ ਹੁਣ ਦੇਖੋ, ਗੱਲ ਤੇ ਇਹ ਆ ਕਿ ਦੁੱਧ ਫਿਰ ਇਸ ਤਰ੍ਹਾਂ ਦਾ ਪੈਦਾ ਕਰਨ ਵਾਲੇ ਕੌਣ, ਔਰ ਕੱਲੇ ਡੇਅਰੀਆਂ ਵਾਲੇ ਕਿਉਂ? ਮੈਂ ਤੇ ਦੁਕਾਨਾਂ ਤੇ ਟੀਕੇ ਵਿਕਦੇ ਵੇਖੇ ਨੇ, ਅੱਜ ਵੀ ਬਲੈਕ ਹੁੰਦੀ ਇਹਨਾਂ ਦੀ। ਤਾਂ ਲਾ ਕੇ ਚੋਣ ਵਾਲੇ ਕੌਣ ਹੈ? ਚੋ ਕੇ ਦੁੱਧ ਪਾਉਣ ਵਾਲੇ ਕੌਣ ਆ? ਬਿਲਕੁਲ ਸਾਡੇ ਵਿੱਚੋਂ ਹੀ ਆ। ਹੋ ਸਕਦਾ ਮੇਰੇ ਵਰਗਾ ਕਹਿਣ ਵਾਲਾ ਜਾਂ ਸੁਣਨ ਵਾਲਿਆਂ ਚੋਂ ਵੀ ਘਰ ਦੇ ਕੁਝ ਇਹਨਾਂ ਦੇ ਕਰਦੇ ਰਹੇ ਹੋਣ ਜਾਂ ਕਰਦੇ ਹੋ ਜੀ। ਆਪਣੇ ਆਪ ਨੂੰ ਵੀ ਵਿੱਚ ਲੈਂਦਾ। ਮਤਲਬ ਕਿ ਅਸੀਂ ਆਪਣੀ, ਇਹ ਸਰ ਬਹੁਤ ਤਗੜੀਆਂ ਬਿਮਾਰੀਆਂ ਦਿੰਦਾ ਆਕਸੀਟੋਸਿਨ। ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਾਂ। ਹਾਂਜੀ, ਮੈਂ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਸੀਗਾ, ਪਿੱਛੇ ਜੇ ਫਗਵਾੜੇ 25 ਗਊਆਂ ਮਰੀਆਂ ਸੀਗੀਆਂ ਜੀ, ਉਹਨਾਂ ਦਾ ਪੋਸਟਮਾਰਟਮ ਹੋਇਆ। ਤੁਹਾਨੂੰ ਪਤਾ ਉਹਦੇ ਚ ਕੀ ਨਿਕਲਿਆ? ਦੱਸੋ ਜੀ। ਵੱਡੀ ਗਿਣਤੀ ਚ, ਵੱਡੀ ਮਾਤਰਾ ਚ ਨਾਈਟ੍ਰੇਟ। ਓ ਅੱਛਾ। ਉਹਦੇ ਕਰਕੇ ਮਤਲਬ ਕਿ ਗਾਵਾਂ ਦੇ ਆਰਗਨ ਫੇਲ ਹੋ ਗਏ ਜੀ। ਮਲਟੀ ਆਰਗਨ ਫੇਲੀਅਰ ਜਿਸ ਨੂੰ ਕਹਿੰਦੇ ਆ। ਕਿਉਂਕਿ ਇੰਨੀ ਯੂਰੀਆ ਕਿ ਉਹ ਪੱਠਿਆਂ ਦੀ ਜੜ ਦੇ ਵਿੱਚ ਜ਼ਿਆਦਾ ਸੀ। ਤਾਂ ਉਹਦੇ ਨਾਲ ਮਤਲਬ ਕਿ ਜਿਹੜੀਆਂ ਪਹਿਲਾਂ ਹੀ ਕਮਜ਼ੋਰ ਗਊਆਂ ਸੀ ਉਹ ਮਰ ਗਈਆਂ। ਤਾਂ ਤੁਸੀਂ ਸਮਝ ਸਕਦੇ ਹੋ ਕਿ ਕੀ ਚੱਲ ਰਿਹਾ ਹੈ, ਕਿ ਖਵਾ ਵੀ ਪਸ਼ੂ ਨੂੰ ਜ਼ਹਿਰ ਰਹੇ ਆ, ਲਾ ਵੀ ਪਸ਼ੂ ਨੂੰ ਜ਼ਹਿਰ ਰਹੇ ਆ, ਤੇ ਕਿੱਥੋਂ ਦਾਰਾ ਸਿੰਘ ਭਾਲਦੇ ਆ ਵੀ ਅਸੀਂ? ਸਹੀ ਬਿਲਕੁਲ। ਤਾਂ ਕੌਣ ਕਰ ਰਿਹਾ?
ਹੁਣ ਇਹਦੇ 'ਚ ਵੀ ਕਹਿ ਦਿਓ ਏਜੰਸੀਆਂ ਕਰ ਰਹੀਆਂ ਨੇ ਜੀ ਸਾਡੇ ਨਾਲ। ਹੁਣ ਸਿਧਾਣਾ ਸਾਹਿਬ ਹੈ ਤੇ ਮਿੱਤਰ ਨੇ ਸਾਡੇ, ਇਹਨਾਂ ਨੂੰ ਕਹਿ ਦਈਏ ਕਿ ਇਹ ਨਸਲਕੁਸ਼ੀ ਹੋ ਰਹੀ ਹੈ ਜੀ ਪੰਜਾਬੀਆਂ ਦੀ। ਸ਼ਾਬਾਸ਼ ਏ ਤੁਹਾਡੇ, ਕਿਉਂਕਿ ਆਪਣਾ ਤਾਂ ਕੀਤਾ ਤੁਸੀਂ ਮੰਨਣਾ ਹੀ ਨਹੀਂ ਨਾ ਕਦੇ। ਡੇਅਰੀਆਂ ਮੈਂ ਤੁਹਾਨੂੰ ਕੋਟ ਕਰਤੀਆਂ ਜੀ, 227 ਡੇਅਰੀਆਂ, ਉਹਨਾਂ 'ਚ 387 ਪਸ਼ੂਆਂ ਤੇ ਸਰਵੇ ਹੋਇਆ, ਉਹਦੇ 'ਚ ਜ਼ਿਆਦਾਤਰ ਆਕਸੀਟੋਸਿਨ। ਤਾਂ ਮਤਲਬ ਅਸੀਂ ਆਪਣੀ ਗਲਤੀ ਕਦੇ ਪ੍ਰਵਾਨ ਨਹੀਂ ਕਰਨੀ। ਇਹ ਹੁਣ ਹਾਈ ਕੋਰਟ ਨੋਟਿਸ ਕੱਢੇਗਾ, ਇਹ ਜਵਾਬ ਦੇਣਗੇ ਜਨਹਿਤ ਦਾ। ਸਰਕਾਰ ਕਹੇਗੀ ਜੀ ਅਸੀਂ ਆਹ ਕਰ ਦਾਂਗੇ, ਵਾਹ ਕਰ ਦਾਂਗੇ। ਕਰਨਾ ਕੀ ਆ? ਕਿਸੇ ਨੇ ਕੁਛ ਨਹੀਂ ਕਰਨਾ। ਮੈਂ ਤੁਹਾਨੂੰ ਇੱਕ ਛੋਟੀ ਕਹਾਣੀ ਸੁਣਾਉਣਾ ਜੀ। ਮੈਂ ਇੱਕ ਕਹਾਣੀ ਪੜ੍ਹੀ, ਕਹਾਣੀ ਨਹੀਂ, ਇਹ ਸੱਚਾਈ ਆ। ਆਮ ਬੱਚਿਆਂ ਨੂੰ ਅੱਜ ਕੱਲ੍ਹ ਦੁੱਧ ਤੋਂ ਅਲਰਜੀ ਹੁੰਦੀ ਆ ਜੀ। ਇੱਕ ਬੀਬੀ ਦੀ ਨਵਜੰਮੀ ਬੱਚੀ ਨੂੰ ਦੁੱਧ ਤੋਂ ਅਲਰਜੀ ਸੀਗੀ। ਉਹਨੇ ਬੜੇ ਬ੍ਰਾਂਡ ਯੂਜ਼ ਕਰਕੇ ਦੇਖੇ, ਨਹੀਂ ਗੱਲ ਬਣੀ। ਠੀਕ ਹੈ ਜੀ। ਤੇ ਉਹਦੀ ਭੈਣ ਕਿਤੇ ਰਹਿੰਦੀ ਸੀ ਬਾਹਰ, ਉਹਨਾਂ ਦਾ ਮਤਲਬ ਕਿ ਅੱਛਾ ਖੇਤ ਖਲਿਆਣ ਸੀਗਾ। ਉਹ ਭੇਜਿਆ, ਉਹਨੇ ਕਿਹਾ ਪਿਆ ਕੇ ਦੇਖਾਂ, ਬੱਚੀ ਨੂੰ ਦੁੱਧ ਪਚ ਗਿਆ ਸੀ। ਤਾਂ ਉਹਦਾ ਮੱਥਾ ਠਣਕਿਆ। ਉਹਨੇ ਸਭ ਪੜ੍ਹੀ ਲਿਖੀ ਸੀ, ਸਭ ਕੁਝ ਛੱਡ ਛਡਾ ਕੇ 2-2.5 ਕਿੱਲੇ ਸ਼ਹਿਰੋਂ ਬਾਹਰ ਪੈਲੀ ਲਈ, 4-5 ਗਊਆਂ ਰੱਖੀਆਂ, ਵਿੱਚ ਨੇਪੀਅਰ ਘਾਹ, ਬਾਜਰਾ, ਗੁਆਰਾ ਆਰਗੈਨਿਕ ਬੀਜਿਆ, ਗਊਆਂ ਨੂੰ ਪਾਇਆ। ਸਰ ਉਹਦੀ ਬੱਚੀ ਨੇ ਉਹ ਦੁੱਧ ਪੀਤਾ, ਸਹੀ ਹੋਈ। ਫਿਰ ਉਸਨੇ ਉਹ ਵੇਚਣਾ ਸਟਾਰਟ ਕਰ ਦਿੱਤਾ। ਸ਼ੁੱਧ ਦੁੱਧ ਸੀ ਜਿਹੜਾ। ਅੱਜ ਉਹਦਾ ਟਰਨਓਵਰ 1 ਕਰੋੜ ਤੋਂ ਵੱਧਦਾ ਹੈ ਜੀ। ਜਿਨ੍ਹਾਂ ਨੇ ਹਿੰਮਤ ਕਰਨੀ ਹੈ। ਮਤਲਬ ਕਿ ਦੇਖੋ, ਸਾਡੇ ਕੋਲੇ ਸਾਰਾ ਕੁਝ ਸੀ। ਤਾਂ ਇਹ ਮਾਮਲੇ ਜਿਹੜੇ ਕਿ ਸਰਕਾਰੀ ਪੱਧਰ ਤੇ ਨਜਿੱਠਣ ਵਾਲੇ ਆ, ਉਹ ਹੁਣ ਹਾਈ ਕੋਰਟ ਸੁਣ ਰਿਹਾ, ਕਿਉਂਕਿ ਸਰਕਾਰੀ ਤੰਤਰ ਇਹਦੇ ਵਿੱਚ ਫੇਲ ਆ। ਸਮਾਜ ਜਿਹੜਾ ਹੈ ਉਹ ਆਪਣੀਆਂ ਜਿਹੜੀਆਂ ਕਹਿ ਲਓ ਕਿ ਉਹਨਾਂ ਦੀਆਂ ਡਿਊਟੀਆਂ ਨੇ ਉਹ ਨਿਭਾਉਣ ਤੋਂ ਮੁਨਕਰ ਹੋ ਚੁੱਕਾ ਹੈ। ਜ਼ਿਆਦਾਤਰ ਲੋਕ ਬੇਈਮਾਨ ਹੋ ਚੁੱਕੇ ਨੇ। ਇਸੇ ਕਰਕੇ ਇਹੋ ਜਿਹੇ ਮਾਮਲੇ ਵੀ ਹੁਣ ਹਾਈ ਕੋਰਟ 'ਚ ਜਾ ਰਹੇ ਆ। ਇਹ ਤਲਖ ਸਚਾਈ ਆ ਗੱਲ। ਕੋਈ ਗੋਡੇ ਗਿੱਟੇ ਲੱਗੀ ਹੋਵੇ, ਉਹਦੇ ਲਈ ਖਿਮਾ ਦੀ ਯਾਚਨਾ ਜੀ। ਨਹੀਂ ਮੈਨੂੰ ਜੀ ਦੇਖ ਲਓ, ਇੱਕ ਬੰਦਾ ਤਾਂ ਚਲੋ, ਉਹ ਤਾਂ ਚਲੋ ਪੈਸੇ ਕਿੰਨੇ ਸਮਰੱਥ, ਉਹ ਤਾਂ ਇਹ ਸਾਰਾ ਕੁਝ ਕਰ ਰਿਹਾ। ਪਰ ਚਲੋ ਜਿਹੜੇ ਅਸਮਰੱਥ ਵੀ ਨੇ ਪੈਸੇ ਕਿੰਨੇ, ਉਹ ਆਪਣੇ ਹੁਣ ਪੰਜਾਬ 'ਚ ਤਾਂ ਇਹਨਾਂ ਚੀਜ਼ਾਂ ਦੀ ਕੋਈ ਘਾਟ ਨਹੀਂ, ਨਾ ਖੇਤਾਂ ਦੀ ਘਾਟ ਆ, ਨਾ ਪਸ਼ੂ ਚਾਰੇ ਦੀ ਘਾਟ ਆ ਕਿਸੇ ਤਰੀਕੇ ਦੀ। ਆਪਾਂ ਵੀ ਖੁਦ ਉਸ ਵਹਿਣ ਦੇ ਵਿੱਚ ਬਹਿ ਗਏ ਆ। ਹੁਣ ਇੱਕ ਬੰਦੇ ਨੂੰ ਅਹਿਸਾਸ ਹੋਇਆ, ਉਹਨੇ ਪੈਸੇ ਲਾ ਕੇ ਵੀ ਜ਼ਮੀਨ ਲੈ ਲਈ ਤੇ ਉਸ ਜ਼ਮੀਨ ਦੇ ਉੱਤੇ ਉਹ ਕੰਮ ਕਰਕੇ ਦਿਖਾਇਆ ਜਿਹੜੇ ਤੋਂ ਔਖਾ ਸੀ ਜਾਂ ਜਿਹਦੀ ਉਹਨੂੰ ਲੋੜ ਸੀ। ਸਾਡੇ ਕੋਲੇ ਜ਼ਮੀਨਾਂ ਵੀ ਨੇ, ਸਾਰਾ ਕੁਛ ਆ, ਪਰ ਸਾਡੇ 'ਚ ਪਤਾ ਨਹੀਂ ਤਾਂ ਇੱਛਾ ਸ਼ਕਤੀ ਦੀ ਗੱਲ ਆ ਤੇ ਪਤਾ ਨਹੀਂ ਸਮੇਂ ਦੀ ਘਾਟ ਆ। ਅਸੀਂ ਉਹੀ ਰੇਹਾਂ ਸਪਰੇਆਂ ਵਾਲੇ ਚੱਕਰ ਦੇ ਵਿੱਚ ਮੈਂ ਵੀ ਖੁਦ ਇਹਦੇ ਵਿੱਚ ਹੀ ਆ। ਆਪਾਂ ਕੋਈ ਇਹਨਾਂ ਤੋਂ ਬਾਹਰ ਨਹੀਂ ਗਏ। ਅਸੀਂ ਵੀ ਪੱਠੇ ਬੀਜਣ ਸਾਰ ਬਸ ਉਹ 25-30 ਦਿਨਾਂ ਬਾਅਦ ਪਹਿਲਾ ਪਾਣੀ ਲਾ ਕੇ ਤੇ ਚਲੋ ਸਿੱਟੋ ਯੂਰੀਆ। ਕੋਈ ਚੱਲ ਚੰਗੇ ਕਿਸਾਨ ਹੋਣਗੇ ਜਿਹੜੇ ਘੱਟ ਪਾਉਂਦੇ ਹੋਣਗੇ ਵੀ ਯੂਰੀਆ ਖਾਣੀ ਤੇ ਤੁਹਾਡੇ ਡੰਗਰਾਂ ਨੇ ਹੀ ਹੈ ਤੇ ਡੰਗਰਾਂ ਨੇ ਦੁੱਧ ਤੁਸੀਂ ਪੀਣਾ, ਉਹ ਕਿਹੜਾ ਕਿਸੇ ਬਾਹਰਲੇ ਨੇ ਪੀਣਾ। ਜੇ ਕਿਸੇ ਬਾਹਰਲੇ ਨੇ ਵੀ ਪੀਣਾ ਫਿਰ ਵੀ ਉਹ ਚੰਗੀ ਗੱਲ ਥੋੜ੍ਹਾ ਮਿੰਟ 'ਚ। ਨਹੀਂ ਦੇਖੋ, ਬਿਲਕੁਲ ਤੁਹਾਡੀ ਗੱਲ ਸਹੀ ਆ। ਅਸਲ ਦੇ ਵਿੱਚ ਚਲੋ ਜੋ ਮਰਜ਼ੀ, ਗੱਲ ਤੇ ਸ਼ੁੱਧਤਾ ਦੀ ਹੈ ਨਾ। ਹਾਂਜੀ, ਸ਼ੁੱਧਤਾ ਦੀ ਹੈ। ਮੰਨ ਲਓ ਜੇ ਕਿਸੇ ਕੋਲ ਪੈਸਾ ਨਹੀਂ ਹੈ, ਕਿ ਉਹਨੇ ਮੰਨ ਲਓ ਅਮੀਰ ਨਹੀਂ ਹੈ, ਉਹਦੇ ਕੋਲ ਪੈਲੀ ਨਹੀਂ, ਪਰ ਦੁੱਧ ਤਾਂ ਉਹਦੀ ਵੀ ਜ਼ਰੂਰਤ ਹੈ। ਉਹਦੀ ਵੀ ਜ਼ਰੂਰਤ ਹੈ। ਹਾਂਜੀ, ਉਹ ਕਿੱਥੋਂ? ਇੱਕ ਸ਼ੁੱਧ ਦੁੱਧ ਪੀਣ ਦਾ ਉਹਦਾ ਅਧਿਕਾਰ ਨਹੀਂ, ਜਿਹਦੇ ਲਈ ਉਹ ਪੈਸੇ ਚੁਕਾ ਰਿਹਾ। ਹਾਂਜੀ, ਬਿਲਕੁਲ। ਬਦਲੇ 'ਚ ਉਹਦੇ ਬੱਚੇ ਨੂੰ ਜ਼ਹਿਰ ਦਿੱਤਾ ਜਾ ਰਿਹਾ ਹੈ। ਦਿਹਾੜੀਦਾਰ ਹੈ, ਹਾਂਜੀ, ਜਾਂ ਆਰਥਿਕ ਵਰਗ ਦਾ ਕਮਜ਼ੋਰ ਹੈ। ਹਾਂਜੀ, ਤਾਂ ਕੀ ਇਹ ਉਹਦੇ ਫੰਡਾਮੈਂਟਲ ਜਿਹੜਾ ਮਤਲਬ ਕਿ ਜੀਣ ਦਾ ਅਧਿਕਾਰ ਹੈ, ਕੀ ਉਹਦੇ ਤੇ ਡਾਕਾ ਨਹੀਂ ਹੈ? ਸੋ ਇਹ ਤਾਂ ਬਹੁਤ ਵੱਡੀ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜੀ। ਜੇ ਗੱਲ ਹੁਣ ਲੰਬੀ ਹੋ ਜਾਣੀ ਹੈ ਮਿੰਟੂ ਜੀ, ਵੈਸੇ ਜਦੋਂ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ, ਉਦੋਂ ਟੀਚਰ ਪਿੰਡਾਂ 'ਚ ਦੁੱਧ ਲੈ ਕੇ ਜਾਂਦੇ ਹੁੰਦੇ ਸੀ। ਉਦੋਂ ਸੋਚਣਾ ਵੀ ਯਾਰ ਸ਼ਹਿਰ 'ਚ ਦੁੱਧ ਦੀ ਕੀ ਘਾਟ ਆ, ਕਿੰਨੀਆਂ ਡੇਅਰੀਆਂ, ਕਿੰਨਾ ਕੁਛ ਆ। ਉਹਨਾਂ ਨੇ ਉਦੋਂ ਚਲੋ ਜਵਾਕਾਂ ਨਾਲ ਕੌਣ ਮੱਥਾ ਮਾਰਦਾ ਉਹਨਾਂ ਟਾਈਮਾਂ 'ਚ, ਉਹ ਕਹਿੰਦੇ ਨਹੀਂ ਸਾਨੂੰ ਇੱਥੋਂ, ਉਹਨਾਂ ਨੇ ਪਿੰਡਾਂ 'ਚ ਦੁੱਧ ਲਾਇਆ ਹੁੰਦਾ ਸੀਗਾ। ਜਿਹੜੇ ਸ਼ਹਿਰਾਂ ਦੇ ਵਿੱਚ ਵਸਦੇ ਸੀ ਟੀਚਰ ਜਾਂ ਅਧਿਆਪਕ, ਜੋ ਵੀ ਮੁਲਾਜ਼ਮ ਕੋਈ ਪਿੰਡ 'ਚ ਆਉਂਦਾ ਸੀ, ਉਹਦੀ ਪਹਿਲ ਇਹੀ ਹੁੰਦੀ ਸੀ ਵੀ ਜਾਂ ਤਾਂ ਢੋਲੀ ਲੱਸੀ ਦੀ ਭਰ ਦਿਓ ਤੇ ਜਾਂ ਫਿਰ ਢੋਲੀ ਦੁੱਧ ਦੀ ਭਰ ਦਿਓ। ਇਹ ਬਹੁਤ ਵੱਡੀ ਨਿਆਮਤ ਹੈ। ਆਪਾਂ ਨੂੰ 25-30 ਸਾਲਾਂ ਬਾਅਦ ਹੁਣ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ। ਜੀ ਬਿਲਕੁਲ। ਸੰਤ ਸੀਚੇਵਾਲ ਨੇ ਲੁਧਿਆਣੇ ਮੋਰਚਾ ਸੰਭਾਲ ਲਿਆ ਜੀ। ਦੇਖੋ, ਮੋਰਚੇ ਤੋਂ ਭਾਵ ਇਹ ਆ ਕਿ ਇਹਨਾਂ ਦੇ ਵਾਸਤੇ ਬਹੁਤ ਵੱਡੀ ਬਦਨਾਮੀ ਦਾ ਕਾਰਨ ਬਣਿਆ ਬੁੱਢਾ ਨਾਲਾ। ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਲੱਖੇ ਸਿਧਾਣੇ ਹੋਰਾਂ ਦਾ ਪਿਛਲੇ ਦਿਨੀ ਕਾਫੀ ਵੱਡਾ ਹੱਲਾ ਸੀਗਾ, ਉੱਥੇ ਹੱਲਾ ਬੋਲ ਹੋਇਆ
ਤੇ ਇਹਨਾਂ ਨੇ ਵੀ ਵਾਅਦੇ-ਵੂਦੇ ਕੀਤੇ ਸੀਗੇ। ਤਾਂ ਇਹਨਾਂ ਦੇ ਕੋਲ ਦੇਖੋ ਸੰਤ ਬਲਵੀਰ ਸਿੰਘ ਸੀਚੇਵਾਲ ਵਰਗੇ ਬੰਦੇ ਹੈਗੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਸੇ ਸੀਚੇਵਾਲ ਆਏ ਹੀ ਇਸ ਕਰਕੇ ਸੀਗੇ, ਇਹਨਾਂ ਦੀ ਗੱਲ ਨਹੀਂ ਸੀਗੀ। ਉਹ ਏਦਾਂ ਹੀ ਮੰਨੀ ਗਈ ਸੀਗੀ ਕਿ ਬਈ ਮੈਂ ਕੋਈ ਹੋਰ ਪੋਲੀਟੀਕਲ ਤੁਹਾਡਾ ਕੋਈ ਕੰਮ-ਧਮ ਨਹੀਂ ਦੇਖਣਾ, ਇਹ ਤੁਸੀਂ ਮੈਨੂੰ ਪ੍ਰਚਾਰ ਕਰਨ ਲੈ ਜਾਓ, ਐਸਾ ਕੁਛ ਨਹੀਂ ਹੈ। ਜੇ ਰਾਜ ਸਭਾ 'ਚ ਭੇਜੋਗੇ ਤੇ ਮੈਂ ਤੇ ਇਹਦੇ ਤੇ ਕੰਮ ਕਰ ਸਕਦਾ। ਉਹ ਚਲੋ ਜਿੰਨਾ ਕੁ ਬੋਲਾ ਇਹ ਠੀਕ ਆ, ਪ੍ਰਵਾਨ ਆ। ਤੇ ਜਿਹੜਾ ਹੁਣ ਇੱਥੇ ਉਹਨਾਂ ਨੇ ਪਹਿਲਾਂ ਹੀ ਰੁੱਖ ਲਾਏ ਸੀਗੇ। ਇੱਕ ਦਿਨ ਮੈਨੂੰ ਕਿਸੇ ਨੇ ਕੁਐਸਚਨ ਕੀਤਾ, ਕਹਿੰਦੇ ਜੀ ਸੀਚੇਵਾਲ ਕਿੱਥੇ ਆ? ਮੈਂ ਕਿਹਾ ਜੀ ਉਹ ਰੁੱਖਾਂ ਨੂੰ ਪਾਣੀ ਪਾਉਂਦਾ ਹੁੰਦਾ ਉੱਥੇ। ਤਾਂ ਮਤਲਬ ਕਿ ਇਹਨਾਂ ਨੇ ਕੰਮ ਤੇ ਸ਼ੁਰੂ ਕੀਤਾ। ਇਹਨਾਂ ਦੀ ਟੀਮ ਨੇ ਹੁਣ 25-26 ਪੰਨਿਆਂ ਦੀ ਇੱਕ ਬੜੀ ਕਹਿ ਲਓ ਕਿ ਵਧੀਆ ਰਿਪੋਰਟ ਵੀ ਬਣਾਈ ਆ, ਜਿਹਦੇ ਤੋਂ ਬਾਅਦ ਹੁਣ ਸੀਚੇਵਾਲ ਨੂੰ ਕਾਫੀ ਪਾਵਰਾਂ ਦੇ ਕੇ ਭੇਜਿਆ ਗਿਆ ਕਿ ਤੁਸੀਂ ਉੱਥੇ ਕੰਮ ਕਰਾਓ, ਕਿਉਂਕਿ ਬਦਨਾਮੀ ਬਹੁਤ ਹੋ ਰਹੀ ਹੈ ਗਵਰਨਮੈਂਟ। ਇਹ ਤੁਹਾਡੇ ਨਾਲ ਜੁੜਿਆ ਕੰਮ ਹੈ, ਤੁਹਾਨੂੰ ਤਜਰਬਾ ਹੈ ਇਹਨਾਂ ਚੀਜ਼ਾਂ ਦਾ। ਸੋ ਇਸ ਕਰਕੇ ਹੁਣ ਲੁਧਿਆਣੇ ਦੇ ਵਿੱਚ ਇਹਨਾਂ ਦੀ ਐਕਟੀਵਿਟੀ ਜਿਹੜੀ ਆ ਉਹ ਦੇਖੀ ਜਾ ਰਹੀ ਆ। ਚਲੋ ਜੋ ਮਰਜ਼ੀ ਆ, ਕਿਸੇ ਨੇ ਕਿਸੇ ਨਜ਼ਰ ਤੋਂ ਦੇਖਣਾ ਹੁੰਦਾ, ਕਿਸੇ ਨੇ ਕਿਸੇ ਨਜ਼ਰੀਏ ਤੋਂ। ਜੇ ਇਹੀ ਮਸਲੇ ਦਾ ਹੱਲ ਕਰਵਾ ਦੇਣ ਤਾਂ ਬਿਹਤਰ ਆ। ਤਾਂ ਸਟੇਟਮੈਂਟਾਂ ਸ਼ੁਰੂ 'ਚ ਜਿਹੜੀਆਂ ਆਈਆਂ ਨੇ, ਇਹ ਤੇ ਖੁਦ ਜਿਹੜੀ ਇਹਨਾਂ ਦੀ ਟੀਮ ਆ ਜਾਂ ਇਹਨਾਂ ਦੇ ਜਿਹੜੇ ਸਾਥੀ ਨੇ, ਉਹ ਇਹ ਮੰਨ ਰਹੇ ਆ ਕਿ ਅਸਲ ਦੇ ਵਿੱਚ ਬਈ ਜਿਹੜੀ ਅਫਸਰਾਂ ਦੀ ਲਾਪਰਵਾਹੀ ਹੈ ਨਾ, ਉਹਦਾ ਖਮਿਆਜ਼ਾ ਭੁਗਤ ਰਹੇ ਨੇ ਲੋਕ। ਇਹ ਸੀਚੇਵਾਲ ਸਾਹਿਬ ਕਹਿ ਰਹੇ ਆ। ਅੱਜ ਜਿਹੜੇ ਸਥਾਨਕ ਸਰਕਾਰਾਂ ਦੇ ਮੰਤਰੀ ਆ, ਰਵਜੋਤ ਜੀ, ਉਹ ਵੀ ਇੱਥੇ ਪਹੁੰਚੇ ਹੋਏ ਸੀਗੇ। ਤਾਂ ਇਹਦਾ ਮਤਲਬ ਤੁਸੀਂ ਸਮਝ ਸਕਦੇ ਹੋ ਨਾ ਕਿ ਸੀਚੇਵਾਲ ਨੂੰ ਹੁਣ ਪੂਰੀਆਂ ਪਾਵਰਾਂ ਦੇ ਨਾਲ ਭੇਜਿਆ ਗਿਆ ਕਿ ਸੰਤ ਜੀ ਹੁਣ ਤੁਸੀਂ ਹੀ ਇਹਦਾ ਕੋਈ ਹੱਲ ਕਰੋ। ਜੀ ਤੇ ਮਿੰਟੂ ਜੀ, ਦਿੱਲੀ ਚੋਣਾਂ ਦੇ ਵਿੱਚ ਕਹਿੰਦੇ ਇੰਡੀਆ ਵਾਲੇ ਭਿੜ ਪਏ ਜੀ, ਇੰਡੀਆ ਗੱਠਜੋੜ ਵਾਲੇ। ਬਿਲਕੁਲ ਉਹ ਤੇ ਭਿੜਨਗੇ ਜੀ। ਹੁਣ ਜਿੱਦਾਂ ਅੱਜ ਸਪਾ ਨੇ, ਤ੍ਰਿਣਮੂਲ ਨੇ ਸਪੋਰਟ ਦੇ ਦਿੱਤੀ ਆਮ ਆਦਮੀ ਪਾਰਟੀ ਨੂੰ। ਕਾਂਗਰਸ ਜਿਹੜੀ ਹੈ ਉਹ ਹੁਣ ਕੱਲੀ ਲੜੂਗੀ ਦਿੱਲੀ ਦੇ ਵਿੱਚ। ਅਸ਼ੋਕ ਗਹਿਲੋਤ ਬੋਲੇ ਆ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸਾਡੀ ਵਿਰੋਧੀ ਧਿਰ ਆ। ਕੇਜਰੀਵਾਲ ਬੋਲੇ ਕਿ ਕਾਂਗਰਸ ਭਾਜਪਾ ਦਾ ਗੱਠਜੋੜ ਜਿਹੜਾ ਉਜਾਗਰ ਹੋ ਗਿਆ। ਤਾਂ ਤੁਸੀਂ ਸੋਚ ਲਓ ਕਿ ਇਹ ਭੇੜ ਚੱਲ ਹੀ ਪਿਆ। ਪਰ ਇਹਦੇ ਵਿੱਚ ਦਰਅਸਲ ਕੀ ਆ ਕਿ ਜਦੋਂ ਵੀ ਆਪਾਂ ਇਹ ਚੀਜ਼ ਦੇਖਦੇ ਆ ਨਾ ਕਿ ਕਾਂਗਰਸ ਤੇ ਇਹ ਭਿੜ ਰਹੇ ਆ ਵਗੈਰਾ ਵਗੈਰਾ, ਉਹਦੇ 'ਚ ਪ੍ਰਵੀਨ ਜੀ ਲੜਾਈ ਜਿਹੜੀ ਹੁੰਦੀ ਹੈ ਨਾ, ਉਹ ਆਪਣੀ ਸਿਆਸੀ ਜ਼ਮੀਨ ਦੀ ਹੁੰਦੀ ਆ। ਚਲੋ ਟਾਈਮ ਜ਼ਿਆਦਾ ਹੋ ਗਿਆ, ਅੱਜ ਸੀਮਤ ਰੱਖ ਲੈਂਦੇ ਆ ਕਿ ਬਈ ਜਿਹੜੀ ਕਾਂਗਰਸ ਆ ਅਸਲ 'ਚ ਅਸਲੀ ਜ਼ਮੀਨ ਤੇ ਉਹਨਾਂ ਦੀ ਸੀਗੀ ਨਾ। ਇਹ ਤੇ ਡਰਾਮਾ ਜਿਹਾ ਕਰਦੇ ਕਰਦੇ ਆਏ, ਅੰਨਾ ਹਜ਼ਾਰੇ ਤੇ ਫਲਾਂ 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 ਤੇ ਮੁੜ ਕੇ ਸਿਆਸਤਦਾਨ ਬਣ ਗਏ। ਸ਼ੀਲਾ ਦੀਕਸ਼ਤ ਦਾ ਹੀ ਕੀਤਾ ਹੋਇਆ ਜ਼ਿਆਦਾ ਵਿਕਾਸ ਆ ਉੱਥੇ ਜੀ। ਤੇ ਉਦੋਂ ਪਹਿਲਾਂ ਕਾਂਗਰਸ ਬੜੀ ਸਥਿਰ ਸੀਗੀ ਦਿੱਲੀ ਦੀ ਲੋਕਲ ਪੋਲਿਟਿਕਸ 'ਚ। ਜੇ ਦੇਖੀਏ ਤਾਂ ਇਹਨਾਂ ਨੇ ਹਿਲਾ ਕੇ ਰੱਖ ਦਿੱਤਾ ਉਹਨਾਂ ਨੂੰ। ਅੱਜ ਜੇ ਆਖਰੀ ਇਲੈਕਸ਼ਨ ਦੇਖੋਗੇ ਤਾਂ ਕਾਂਗਰਸ ਦਾ ਵੋਟ ਸ਼ੇਅਰ ਹੈਗਾ ਸਾਰਾ 4.5%, ਉਹ ਚਲੇ ਗਏ 53% ਤੇ ਭਾਰਤੀ ਜਨਤਾ ਪਾਰਟੀ ਚਲੇ ਗਈ 38% ਤੇ ਕਾਂਗਰਸ ਦੇਖੋ। ਤਾਂ ਕਾਂਗਰਸ ਚਾਹੇਗੀ ਨਾ ਕਿ ਘੱਟੋ ਘੱਟ ਯਾਰ ਵੋਟ ਪਰਸੈਂਟ ਜਿਹੜਾ 10-20% ਤੇ ਤਾਂ ਲੈ ਕੇ ਜਾਈਏ, ਕੋਈ 2-4 ਸੀਟਾਂ ਹੀ ਸਹੀ। ਸੋ ਇਸ ਵਾਸਤੇ ਕਾਂਗਰਸ ਵੀ ਉੱਥੇ ਤਗੜਾ ਕਹਿ ਲਓ ਕਿ ਇਹਨਾਂ ਨੂੰ ਮੁਕਾਬਲਾ ਦੇਣ ਜਾ ਰਹੀ ਆ। ਤਾਂ ਉਹਦੇ 'ਚ ਕੀ ਆ ਕਿ ਹੁਣ ਇੰਡੀਆ ਗੱਠਜੋੜ ਦੇ ਕੁਝ ਸਾਥੀ ਜਿਹੜੇ ਆ ਉਹ ਕੇਜਰੀਵਾਲ ਦੀ ਪਿੱਠ ਤੇ ਜਾ ਖਲੋਤੇ ਆ। ਤਾਂ ਇਹਦਾ ਮਤਲਬ ਇਹੋ ਆ ਕਿ ਕਾਂਗਰਸ ਨੂੰ ਇਹ ਲੱਗਦਾ ਕਿ ਸਭ ਤੋਂ ਪਹਿਲਾ ਕੰਮ ਤੇ ਜਿਹੜਾ ਦਿੱਲੀ 'ਚ ਇਹ ਹੋਣਾ ਚਾਹੀਦਾ ਕਿ ਝਾੜੂ ਹਾਰੇ, ਉਸ ਤੋਂ ਬਾਅਦ ਫਿਰ ਦੇਖਦੇ ਆ ਕਿ ਸਾਡੀ ਖੁੱਸੀ ਜ਼ਮੀਨ ਜਿਹੜੀ ਆ ਉਹ ਕਿੰਨੀ ਕੁ ਦੂਰ ਰਹਿੰਦੀ ਆ। ਤਾਂ ਮੇਨ ਗੱਲ ਤਾਂ ਖੁੱਸੀ ਜ਼ਮੀਨ ਜਿਹੜੀ ਆ ਉਹ ਹਾਸਲ ਕਰਨ ਦੀ ਆ, ਜਾਂ ਜਿਹੜੀ ਜ਼ਮੀਨ ਹਾਸਲ ਕੀਤੀ ਆ ਉਹਨੂੰ ਦੱਬੀ ਰੱਖਣ ਦੀ ਹੈ ਜੀ। ਕਾਂਗਰਸੀ ਮਿੰਟੂ ਹੀ ਸੋਚਦੇ ਤਾਂ ਹੋਣਾ ਵੀ ਜਦੋਂ ਕੇਜਰੀਵਾਲ ਦੇ ਹੱਕ 'ਚ ਧਰਨੇ ਲਾ ਰਹੇ ਸੀ ਆਪਾਂ, ਉਹ ਤਾਂ ਕਹਿੰਦੇ ਸੀ ਮਜ਼ਬੂਤ ਕਰਨਾ, ਤੇ ਹੁਣ ਉਹੀ ਮਜ਼ਬੂਤੀ ਆਪ ਨੂੰ ਵਾਹਣੀ ਪਾਈ ਖੜੀ ਹੈ। ਨਹੀਂ ਦੇਖੋ, ਇਹ ਤਾਂ ਗੱਲ ਇਹ ਆ ਕਿ ਉਸ ਟਾਈਮ ਲੋਕ ਸਭਾ ਦਾ ਰੌਲਾ ਸੀਗਾ। ਤਾਂ ਲੋਕ ਸਭਾ ਇਹੀ ਹੁੰਦਾ, ਕੋਠਾ ਉਸਰਿਆ ਤੇ ਤਰਖਾਣ ਵਿਸਰਿਆ ਸੀ। ਜਦੋਂ ਉਹ ਮੌਕਾ ਗਿਆ, ਹੁਣ ਵਿਧਾਨ ਸਭਾ 'ਚ ਇਹ ਇੱਕ ਦੂਜੇ ਨੂੰ ਇਸੇ ਤਰ੍ਹਾਂ ਟੱਕਰਨਗੇ ਸੱਜਰੇ ਸ਼ਰੀਕ ਬਣ ਕੇ। ਤਾਂ ਦਿੱਲੀ 'ਚ ਕੋਈ ਲਿਹਾਜ਼ ਨਹੀਂ ਹੋਏਗਾ ਕਾਂਗਰਸ ਦਾ। ਪੰਜਾਬ 'ਚ ਵੀ ਤੇ ਲੜੇ ਆ ਨਾ ਉਦੋਂ ਬਾਅਦ। ਇੱਕ ਪਾਸੇ ਸਭ ਕੁਝ ਚੱਲ ਰਿਹਾ ਸੀ ਤੇ ਪੰਜਾਬ 'ਚ ਵੀ ਲੜੇ ਆ, ਤੁਹਾਡੇ ਸਾਹਮਣੇ ਹੀ ਆ। ਪੰਜਾਬ 'ਚ ਕੋਈ ਰਲ ਕੇ ਨਹੀਂ ਲੜੇ, ਇਹ ਤਾਂ ਤੁਹਾਨੂੰ ਮੰਨਣਾ ਪਊਗਾ। ਜੀ ਬਿਲਕੁਲ। ਐਸਾ ਨਹੀਂ ਹੋਇਆ ਕਿ ਰਲ ਕੇ ਲੜੇ ਆ। ਹਾਂ, ਕਾਂਗਰਸ ਨੇ ਇੱਕ ਸੀਟ ਜਿਹੜੀ ਆ ਆਪਣੀ ਕਹਿ ਲਓ ਕਿ ਗਲਤੀਆਂ ਤੋਂ ਗਵਾਈ ਜ਼ਰੂਰ ਹੈ। ਇਸ ਕਰਕੇ ਇਹ ਸਾਰਾ ਕੁਝ ਜਿਹੜਾ ਹੈ ਨਾ ਉਹ ਵੇਖਣ ਨੂੰ ਮਿਲੇਗਾ। ਹਰਿਆਣੇ 'ਚ ਵੀ ਆਪਾਂ ਦੇਖਿਆ
ਇਹਨਾਂ ਦਾ ਭੇੜ ਹੋਇਆ। ਤਾਂ ਦਿੱਲੀ 'ਚ ਇਹ ਸਭ ਕੁਝ ਚੱਲੇਗਾ। ਹਾਂ, ਜਦੋਂ ਲੋਕ ਸਭਾ ਦਾ ਇਲੈਕਸ਼ਨ ਹੋਏਗਾ, ਹੋ ਸਕਦਾ ਜੇ ਮੰਨ ਲਓ ਮੱਧਕਾਲੀਨ ਕਹਿੰਦੇ ਆਪਾਂ ਜਿਹੜੀਆਂ, ਜੇ ਮੱਧਵਰਤੀ ਚੋਣਾਂ ਹੁੰਦੀਆਂ ਨੇ ਤੇ ਤਦ ਵੀ ਹੋ ਸਕਦਾ ਫਿਰ ਇਕੱਠੇ ਹੋ ਜਾਣ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਖਬਰਾਂ ਤੇ ਮਸਲੇ ਹਾਲੇ ਹੋਰ ਵੀ ਨੇ, ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਾਂਗੇ।
ਵੀ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਪਾਂ ਰੁਖ ਕਰਦੇ ਹਾਂ ਕਿ ਅਹਿਮ ਖਬਰਾਂ ਦਾ। ਗੱਲ ਕਰਾਂਗੇ ਪੰਜਾਬ ਦੇ ਵਿੱਚ ਇੱਕ ਹੋਰ ਸਮੱਸਿਆ ਦੀ, ਜਾਂ ਇੱਕ ਹੋਰ ਜਿਹੜੀ ਅੱਜ ਕੱਲ੍ਹ ਬੜੀ ਗੰਭੀਰ ਸਮੱਸਿਆ ਬਣ ਰਹੀ ਆ। ਉਹ ਹੈ ਕਿ ਪੰਜਾਬ ਦੇ ਵਿੱਚ 15 ਸਕੂਲ ਇਹੋ ਜਿਹੇ ਨੇ ਪੂਰੇ ਪੰਜਾਬ ਭਰ ਦੇ ਵਿੱਚ, ਜਿੱਥੇ ਕੋਈ ਪੜ੍ਹਨ ਵਾਲਾ ਹੀ ਹੈ ਨੀਗਾ। ਪੜ੍ਹਾਉਣ ਵਾਲੇ 35 ਅਧਿਆਪਕ ਤਾਇਨਾਤ ਨੇ। ਹਰ ਸਕੂਲ ਦੇ ਵਿੱਚ ਔਸਤਨ 3 ਅਧਿਆਪਕ ਨੇ ਜਿਹੜੇ ਵਿਦਿਆਰਥੀਆਂ ਨੂੰ ਉਡੀਕ ਰਹੇ ਨੇ, ਪਰ ਇਹਨਾਂ ਅਧਿਆਪਕਾਂ ਦੇ ਕੋਲੇ ਕੋਈ ਪੜ੍ਹਨ ਵਾਲਾ ਬੱਚਾ ਹੀ ਨੀਗਾ। ਕੇਂਦਰੀ ਸਿੱਖਿਆ ਮੰਤਰਾਲੇ ਦੀ ਇੱਕ ਰਿਪੋਰਟ ਹੈ 2023-24 ਦੀ। ਉਸ ਰਿਪੋਰਟ ਦੇ ਵਿੱਚ ਇਹ ਤੱਥ ਉਭਰੇ ਨੇ, ਪਰ ਇਸ ਦੇ ਵਿੱਚ ਖੁਲਾਸਾ ਨਹੀਂ ਕੀਤਾ ਗਿਆ ਕਿ ਬਿਨਾਂ ਵਿਦਿਆਰਥੀਆਂ ਵਾਲੇ ਸਕੂਲ ਨੇ ਜਾਂ ਇਹ ਪ੍ਰਾਈਵੇਟ ਸਕੂਲ ਨੇ। ਸੂਤਰਾਂ ਦੇ ਮੁਤਾਬਕ ਕੋਈ ਵੀ ਪ੍ਰਾਈਵੇਟ ਅਦਾਰਾ, ਜੇ ਉਹਨਾਂ ਕੋਲੇ ਕੋਈ ਜਵਾਕ ਨਹੀਂ ਹੈ, ਕੋਈ ਵਿਦਿਆਰਥੀ ਨਹੀਂ ਹੈ, ਕੋਈ ਕਲਾਸ ਨਹੀਂ ਹੈ, ਤਾਂ ਉਹ ਅਧਿਆਪਕਾਂ ਨੂੰ ਤਨਖਾਹ ਨਹੀਂ ਦੇਊਗਾ। ਪੰਜਾਬ ਦੇ ਵਿੱਚ ਕੁੱਲ 27,404 ਸਕੂਲ ਨੇ, ਜਿਹੜੇ ਕਿ ਸਰਕਾਰੀ ਨੇ, ਸਹਾਇਤਾ ਪ੍ਰਾਪਤ ਵੀ ਨੇ, ਤੇ ਇਹਨਾਂ ਦੇ ਵਿੱਚ ਪ੍ਰਾਈਵੇਟ ਨੇ, ਜਿਨ੍ਹਾਂ ਦੇ ਵਿੱਚੋਂ ਉਪਰੋਕਤ ਬਿਨਾਂ ਸਕੂਲ ਵਾਲੇ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਸ਼ਨਾਖਤ ਹੋਈ ਹੈ। ਸਾਲ 2022-23 ਦੀ ਜਿਹੜੀ ਰਿਪੋਰਟ ਸੀਗੀ, ਉਹਦੇ ਵਿੱਚ ਬਿਨਾਂ ਵਿਦਿਆਰਥੀਆਂ ਵਾਲੇ ਸਕੂਲਾਂ ਦੀ ਗਿਣਤੀ 6 ਸੀ, ਜਿਨ੍ਹਾਂ ਦੇ ਵਿੱਚ 20 ਅਧਿਆਪਕ ਜਿਹੜੇ ਉਹ ਤਾਇਨਾਤ ਸੀਗੇ। ਇੱਕ ਸਾਲ ਦੇ ਵਿੱਚ ਇਹਨਾਂ ਬੱਚਿਆਂ ਵਾਲੇ ਸਕੂਲਾਂ ਦੀ ਗਿਣਤੀ 15, ਜਦਕਿ ਅਧਿਆਪਕਾਂ ਦੀ ਗਿਣਤੀ 35 ਹੋ ਚੁੱਕੀ ਹੈ। ਹਰਿਆਣਾ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਨਾਲੋਂ ਅੱਗੇ ਆ, ਜਿੱਥੇ ਤਾਜ਼ਾ ਰਿਪੋਰਟ ਦੇ ਮੁਤਾਬਕ 81 ਸਕੂਲ ਬਿਨਾਂ ਵਿਦਿਆਰਥੀਆਂ ਤੋਂ ਨੇ, ਜਿਨ੍ਹਾਂ ਦੇ ਵਿੱਚ 178 ਅਧਿਆਪਕ ਵੀ ਤਾਇਨਾਤ ਨੇ। ਕੇਂਦਰੀ ਮੰਤਰਾਲੇ ਦੀ ਰਿਪੋਰਟ ਕਹਿੰਦੀ ਹੈ ਕਿ 10 ਅਧਿਆਪਕ ਔਸਤਨ ਪ੍ਰਤੀ ਸਕੂਲ ਨੇ, ਤੇ ਵਿਦਿਆਰਥੀ ਅਧਿਆਪਕ ਅਨੁਪਾਤ ਵੀ 22 ਦਾ। ਇਸੇ ਤਰ੍ਹਾਂ ਔਸਤਨ 219 ਵਿਦਿਆਰਥੀ ਪ੍ਰਤੀ ਸਕੂਲ ਨੇ। ਜੇਕਰ ਪੂਰੇ ਦੇਸ਼ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਭਾਰਤ ਦੇ ਵਿੱਚ 1,10,971 ਸਕੂਲ ਅਜਿਹੇ ਨੇ ਜਿੱਥੇ ਸਿਰਫ ਇੱਕ ਅਧਿਆਪਕ ਹੈ, ਜਦਕਿ ਸਾਲ 2022-23 ਦੇ ਵਿੱਚ ਅਜਿਹੇ ਸਕੂਲਾਂ ਦਾ ਅੰਕੜਾ 1,18,190 ਸੀ। ਸਾਲ ਦੇ ਵਿੱਚ 7,219 ਇੱਕ ਅਧਿਆਪਕ ਵਾਲੇ ਸਕੂਲਾਂ ਦੀ ਕਟੌਤੀ ਹੋਈ ਹੈ। ਇੱਕ ਅਧਿਆਪਕ ਵਾਲੇ ਸਕੂਲਾਂ ਦੇ ਵਿੱਚ ਮੱਧ ਪ੍ਰਦੇਸ਼ ਦੀ ਝੰਡੀ ਹੈ, ਜਿੱਥੇ ਸਭ ਤੋਂ ਵੱਧ 13,198 ਸਕੂਲਾਂ ਦੇ ਵਿੱਚ ਇੱਕ ਅਧਿਆਪਕ ਨੇ, ਜਦੋਂ ਕਿ ਦੂਜੇ ਨੰਬਰ ਤੇ ਆਂਧਰਾ ਪ੍ਰਦੇਸ਼ ਹੈ, ਜਿੱਥੇ 12,611 ਸਕੂਲਾਂ ਦੇ ਵਿੱਚ ਇੱਕ ਅਧਿਆਪਕ ਹੈ। ਕੋਈ ਵੀ ਸਰਕਾਰ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਪੂਰਤੀ ਕਰਨ ਦੇ ਵਿੱਚ ਸਫਲ ਨਹੀਂ ਹੋਈ। ਪੰਜਾਬ ਦੇ ਸਕੂਲਾਂ ਦੇ ਵਿੱਚ ਕੁੱਲ 2,73,000 ਅਧਿਆਪਕ ਨੇ, ਜਿਨ੍ਹਾਂ ਦੇ ਵਿੱਚੋਂ 1,26,000 ਸਰਕਾਰੀ ਅਧਿਆਪਕ ਨੇ। ਪੰਜਾਬ ਦੇ ਕੁੱਲ 27,404 ਸਕੂਲਾਂ ਦੇ ਵਿੱਚੋਂ ਸਾਲ 2023-24 ਦੇ ਵਿੱਚ 59 ਲੱਖ, ਮਾਫ ਕਰਨਾ, 59 ਲੱਖ ਦੇ ਕਰੀਬ ਬੱਚੇ ਪੜ੍ਹਦੇ ਨੇ। 59,88,000 ਤਕਰੀਬਨ 60 ਲੱਖ ਬਣ ਜਾਂਦੇ ਆ। ਪੰਜਾਬ ਦੇ ਵਿੱਚ ਕੁੱਲ 13,468 ਪ੍ਰਾਇਮਰੀ ਸਕੂਲ ਨੇ। ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬੀਐਡ ਬੇਰੁਜ਼ਗਾਰ ਜਿਹੜੇ ਅਧਿਆਪਕ ਨੇ, ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ, ਪਰ ਸਰਕਾਰ ਵੱਲੋਂ ਰੈਗੂਲਰ ਭਰਤੀ ਤੇਜ਼ੀ ਦੇ ਨਾਲ ਨਹੀਂ ਕੀਤੀ ਗਈ। ਬੱਚਿਆਂ ਦੀ ਗਿਣਤੀ ਦੇ ਮੁਤਾਬਕ ਅਧਿਆਪਕਾਂ ਦੀ ਭਰਤੀ ਨਹੀਂ ਹੋ ਰਹੀ। ਬਿਨਾਂ ਬੱਚਿਆਂ ਵਾਲੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਵੀ ਪ੍ਰਵਾਨਿਤ ਨੇ, ਪਰ ਇਹਨਾਂ ਦੇ ਵਿੱਚ ਬੱਚੇ ਨਹੀਂ। ਰਿਪੋਰਟ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਇਸ ਸਾਲ ਦੇ ਵਿੱਚ 2,092 ਸਕੂਲਾਂ ਦੀ ਸ਼ਨਾਖਤ ਹੋਈ ਹੈ, ਜਿਨ੍ਹਾਂ ਦੇ ਵਿੱਚ ਸਿਰਫ ਇੱਕ ਅਧਿਆਪਕ ਕੰਮ ਕਰ ਰਿਹਾ। ਇਹਨਾਂ ਸਕੂਲਾਂ ਦੇ ਵਿੱਚ 69,532 ਵਿਦਿਆਰਥੀ ਪੜ੍ਹ ਰਹੇ ਨੇ। 2022-23 ਦੇ ਵਿੱਚ ਅਜਿਹੇ ਸਕੂਲਾਂ ਦੀ ਗਿਣਤੀ 2,311 ਸੀ, ਜੋ ਐਤਕੀ ਘਟ ਗਈ ਆ। ਪੰਜਾਬ ਦੇ ਵਿੱਚ ਬੱਚਿਆਂ ਦੀ ਗਿਣਤੀ ਦੇ ਲਿਹਾਜ਼ ਦੇ ਨਾਲ ਅਧਿਆਪਕਾਂ ਦੀ ਭਰਤੀ ਦੀ ਦਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ। ਪੰਜਾਬੀ ਰੇਡੀਓ ਇਸੇ ਤੇ ਆਪਾਂ ਇੱਕ ਰਿਪੋਰਟ ਕੀਤੀ ਸੀ ਸਾਲ 17-18 ਦੇ ਵਿੱਚ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਉਸ ਰਿਪੋਰਟ ਦੇ ਵਿੱਚ ਆਪਾਂ ਪੰਜਾਬ ਦੀ ਜਿਹੜੀ ਸਾਰਾ ਸਿੱਖਿਆ ਢਾਂਚਾ, ਇਹਦੇ ਉੱਤੇ ਗੱਲਬਾਤ ਕੀਤੀ ਸੀ। 2018 ਦੀ ਸ਼ਾਇਦ ਉਹ ਗੱਲ ਆ। ਉਹਦੇ ਵਿੱਚ ਪੰਜਾਬੀ ਟ੍ਰਿਬਿਊਨ ਦੇ ਵਿੱਚ ਇੱਕ ਰਿਪੋਰਟ ਛਪੀ ਸੀ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ 1995 ਤੋਂ ਬਾਅਦ ਭਰਤੀ ਨਹੀਂ ਹੋਈ। ਇਸੇ ਤਰ੍ਹਾਂ ਦੀ ਇੱਕ ਰਿਪੋਰਟ ਅਮਰ ਉਜਾਲਾ ਦੇ ਵਿੱਚ ਛਪੀ ਸੀਗੀ। ਇਸੇ ਤਰ੍ਹਾਂ ਦੀ ਇੱਕ ਰਿਪੋਰਟ ਟਾਈਮਜ਼ ਆਫ ਇੰਡੀਆ ਦੇ ਵਿੱਚ ਛਪੀ ਸੀ, ਤੇ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਇੰਡੀਅਨ ਐਕਸਪ੍ਰੈਸ ਦੇ ਵਿੱਚ ਛਪੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਕਿਉਂਕਿ ਉਸ ਰਿਪੋਰਟ ਨੂੰ ਬਣਾਉਣ ਦੇ ਲਈ ਉਹ ਸਾਰੇ ਜਿਹੜੇ 5-6 ਜਿਹੜੇ ਵੱਡੇ ਅਦਾਰੇ ਸੀਗੇ, ਜਿਨ੍ਹਾਂ ਦੇ ਵਿੱਚ ਰਿਪੋਰਟਾਂ ਛਪੀਆਂ ਸੀ, ਉਹਨਾਂ ਸਾਰਿਆਂ ਦੇ ਵਿੱਚੋਂ ਇਹ ਅੰਕੜਿਆਂ ਨੂੰ ਇਕੱਠਿਆਂ ਕੀਤਾ ਗਿਆ ਸੀਗਾ, ਤੇ ਉਸ ਦੇ ਆਧਾਰ ਤੇ ਫਿਰ ਉਹ ਰਿਪੋਰਟ ਬਣਾਈ ਗਈ ਸੀਗੀ, ਜਿਹਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਕਾਲਜਾਂ ਦੇ ਵਿੱਚ, ਮਾਫ ਕਰਨਾ, ਪ੍ਰੋਫੈਸਰਾਂ ਦੀ ਭਰਤੀ ਕਦੋਂ ਹੋਈ ਆ, ਇਸ ਟਾਈਮ ਅਸਾਮੀਆਂ ਕਿੰਨੀਆਂ ਖਾਲੀ ਨੇ, ਜਾਂ ਕਿੰਨੇ ਅਧਿਆਪਕ ਨੇ, ਕਿੰਨੇ ਪ੍ਰੋਫੈਸਰ ਨੇ ਜਿਹੜੇ ਇਸ ਟਾਈਮ ਫੁੱਲ ਟਾਈਮ ਨਹੀਂਗੇ, ਪਾਰਟ ਟਾਈਮ ਹਾਇਰ ਕੀਤੇ ਨੇਗੇ, ਕਿੰਨੇ ਸਕੂਲ ਕਾਲਜ ਨੇ ਜਿੱਥੇ ਕਿੰਨੇ ਸਾਲਾਂ ਤੋਂ, ਤਕਰੀਬਨ 2 ਦਹਾਕਿਆਂ ਤੋਂ ਫਲਾਮ ਜਿਹੜਾ ਵਿਸ਼ਾ ਉਹਦੇ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ। ਬੜੀ ਡਿਟੇਲ ਰਿਪੋਰਟ ਸੀਗੀ। ਆਪਾਂ ਬਹੁਤ 5-6 ਅਦਾਰਿਆਂ ਤੋਂ ਜਿਹੜੇ ਅੰਕੜੇ ਆ ਜਾਂ ਉਹਨਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਫਿਰ ਇੱਕ ਫਾਈਨਲ ਰਿਪੋਰਟ ਆਪਾਂ ਤਿਆਰ ਕੀਤੀ ਸੀਗੀ, ਤੇ ਉਹਦੇ ਵਿੱਚ ਇਹ ਰਿਸਰਚ ਕੀਤੀ ਗਈ ਸੀਗੀ ਕਿ ਪੰਜਾਬ ਦੀ ਜਿਹੜੀ ਹਾਇਰ ਐਜੂਕੇਸ਼ਨ ਆ, ਜਿਹੜੀ ਪੰਜਾਬ ਦੀ ਉੱਚ ਸਿੱਖਿਆ, ਉਹਦਾ ਮਿਆਰ ਇਸ ਟਾਈਮ ਕਿੱਥੇ ਆ। ਕਿਸੇ ਸਮੇਂ ਅਸੀਂ ਉੱਚ ਸਿੱਖਿਆ ਮਾਮਲੇ ਦੇ ਵਿੱਚ ਤੇ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਦੇ ਵਿੱਚ ਅਸੀਂ ਪੰਜਾਬ ਜਿਹੜਾ ਸਾਡਾ,
ਉਹ ਦੇਸ਼ ਭਰ ਦੇ ਵਿੱਚ ਭਾਰਤ ਦੇ ਵਿੱਚ ਪਹਿਲੇ ਨੰਬਰ ਤੇ ਹੁੰਦਾ ਸੀ। ਇਹ ਸਨ 1980 ਦੀਆਂ ਗੱਲਾਂ ਨੇ। ਮਤਲਬ ਅਸੀਂ ਸਮਰੱਥ ਸਾਂ ਆਰਥਿਕ ਪੱਖੋਂ, ਅਸੀਂ ਜਿਹੜੇ ਦੂਜੇ ਹਿੱਸੇ ਨੇ ਮੁਲਕ ਦੇ, ਉਹਨਾਂ ਨਾਲੋਂ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸਾਂ। ਪਰ ਇਸੇ ਦਰਮਿਆਨ ਜਿਹੜੇ ਉਹ 15 ਸਾਲ ਨੇ 80 ਤੋਂ ਬਾਅਦ ਦੇ ਤੇ 95-96 ਤੀਕਰ ਦੇ, ਉਸ ਦਰਮਿਆਨ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਣ ਹੋ ਗਿਆ, ਜਾਂ ਪੰਜਾਬ ਦੇ ਵਿੱਚੋਂ ਜਿਹੜੇ ਲੋਕਾਂ ਦੀਆਂ ਮੌਤਾਂ ਹੋਈਆਂ, ਲੋਕਾਂ ਨੂੰ ਸ਼ਹੀਦ ਕੀਤਾ ਗਿਆ, ਜਾਂ ਕਹਿ ਲਓ ਕਿ ਮਾਰ ਦਿੱਤਾ ਗਿਆ, ਕਤਲ ਕੀਤੇ ਗਏ, ਕਤਲੋ-ਗਾਰਤ, ਜਿਹਦੇ ਵਿੱਚ ਪੰਜਾਬ ਦੇ ਜਿਹੜੇ ਆਮ ਪਿੰਡਾਂ ਦੇ ਨੌਜਵਾਨ ਗੱਭਰੂ ਜਾਂ ਹਰ ਕਹਿ ਸਕਦੇ ਹਾਂ ਭਾਈਚਾਰੇ ਦਾ ਬੰਦਾ ਉਹਦੇ 'ਚ, ਕਿਸੇ ਤੋਂ ਵੱਧ ਸੇਕ ਲੱਗਿਆ, ਕਿਸੇ ਨੂੰ ਘੱਟ ਲੱਗਿਆ। ਪੁਲਿਸ ਫੋਰਸ ਦੇ ਵੀ ਕਈ ਬੰਦੇ ਮਾਰੇ ਗਏ। ਕਹਿਣ ਤੋਂ ਭਾਵ ਹੈ ਕਿ ਜਿਹੜੀ ਸਾਡੀ ਹਿਊਮਨ ਇੱਕ ਸਾਡੀ ਤਾਕਤ ਸੀਗੀ, ਜਿਹੜੀ ਸਾਡੇ ਮਨੁੱਖੀ ਤੌਰ ਤੇ ਸਾਡੇ ਕੋਲ ਤਾਕਤ ਸੀਗੀ, ਉਹ ਤਾਕਤ ਨੂੰ ਬਹੁਤ ਵੱਡੀ ਸੱਟ ਵੱਜੀ ਤੇ ਅਸੀਂ ਉਹਦੇ 'ਚ ਵਿਕਟਮ ਵੀ ਹਾਂ ਬਹੁਤ ਵੱਡੇ ਪੱਧਰ ਤੇ, ਕਿਉਂਕਿ ਜ਼ੁਲਮ ਅਸੀਂ ਝੱਲਿਆ ਲੋਕਾਂ ਨੇ। ਉਹਦੇ ਵਿੱਚੋਂ ਤੁਸੀਂ ਗੌਰ ਕਰਕੇ ਦੇਖੋ ਕਿ ਪੰਜਾਬ ਦੇ ਵਿੱਚੋਂ ਕਿੰਨੇ IAS, ਕਿੰਨੇ IPS, ਕਿੰਨੇ ਖਿਡਾਰੀ, ਕਿੰਨੇ ਅਧਿਆਪਕ, ਕਿੰਨੇ ਹੋਰ ਲੋਕ ਜਿਨ੍ਹਾਂ ਨੇ ਅੱਗੇ ਜਾ ਕੇ ਸਰਕਾਰੀ ਨੌਕਰੀਆਂ ਜਾਂ ਅੱਗੇ ਜਾ ਕੇ ਨਾਮਣਾ ਖੱਟਣਾ ਸੀ, ਜਾਂ ਆਰਥਿਕ ਤੌਰ ਤੇ ਸਮਰੱਥ ਜਾਂ ਵੱਡੇ ਕਾਰਨਾਮੇ ਕਰਨੇ ਸੀ, ਉਹ ਤਾਂ ਗਾਇਬ ਹੀ ਕਰ ਦਿੱਤੇ ਗਏ। ਕਿੰਨਾ ਵੱਡਾ ਨੁਕਸਾਨ ਹੋਇਆ। ਔਰ ਇਹਨੂੰ ਜੇ ਅਸੀਂ ਐਸਟੀਮੇਟ ਕਰੀਏ ਆਰਥਿਕਤਾ ਦੇ ਰੂਪ ਦੇ ਵਿੱਚ, ਤਾਂ ਇਹ ਉਹ ਖੱਪਾ ਜਿਹਨੂੰ ਪੂਰਿਆ ਨਹੀਂ ਜਾ ਸਕਦਾ। ਪਰ ਇਹ ਸਾਰੇ ਕਾਸੇ ਦਾ ਖਰਚਾ ਸਾਡੇ ਸਿਰ ਪਾ ਦਿੱਤਾ ਗਿਆ ਤੇ ਉਹ ਜਿਹੜਾ ਕਰਜ਼ਾ ਵੱਧਦਾ ਅੱਜ ਉਹਨੂੰ ਦੇਖ ਲਓ ਕਿੱਥੇ ਜਾ ਪਹੁੰਚਿਆ। ਉਸ ਤੋਂ ਬਾਅਦ ਇਹ ਕਿਹਾ ਵੀ ਗਿਆ ਵੀ ਪੰਜਾਬ ਦਾ ਕਰਜ਼ਾ ਕੁੱਲ ਮਾਫ਼ ਕੀਤਾ ਗਿਆ, ਪਰ ਉਹ 3-4 ਹਜ਼ਾਰ ਕਰੋੜ ਹੀ ਮਾਫ਼ ਕੀਤਾ ਗਿਆ ਸੀ, ਬਾਕੀ ਦਾ ਉਵੇਂ ਹੀ ਸੀਗਾ। ਖੈਰ, ਆਪਾਂ ਕਿਸੇ ਦਿਨ ਫਿਰ ਇਸ ਗੱਲ ਉੱਤੇ ਚਰਚਾ ਜ਼ਰੂਰ ਕਰਾਂਗੇ, ਪਰ ਇਸ ਟਾਈਮ ਇਹ ਜਿਹੜੀ ਤਰਾਸਦੀ ਆ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਆ। ਹਰਿਆਣੇ ਦੇ ਵਿੱਚ ਵੀ ਇਹੀ ਹਾਲ ਆ, ਦੇਸ਼ ਭਰ ਦੇ ਵਿੱਚ ਸਿੱਖਿਆ ਨੀਤੀ ਦਾ ਇਹ ਹਾਲ ਆ। ਵੈਸੇ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਪ੍ਰੋਗਰਾਮ ਦੇ ਵਿੱਚ ਸਿੱਖਿਆ ਦੇ ਬਾਰੇ ਵੱਡੇ-ਵੱਡੇ ਢਿੰਡੋਰੇ ਜ਼ਰੂਰ ਪਿੱਟਦੇ ਨੇ, ਪਰ ਫਿਰ ਵੀ ਹਾਲਤ ਤੁਹਾਡੇ ਸਾਹਮਣੇ ਆ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇੱਕ ਤਾਂ ਜਿਹੜਾ ਅਰਥਕੁਏਕ ਆਇਆ ਜਿਹੜਾ ਤਿੱਬਤ ਦੇ ਇਲਾਕਿਆਂ ਦੇ ਵਿੱਚ, ਉੱਥੇ ਮੌਤਾਂ ਦੀ ਗਿਣਤੀ 126 ਹੋ ਚੁੱਕੀ ਆ। ਇਹਦੇ ਉੱਤੇ ਤੇ ਇੱਕ ਜਿਹੜਾ ਲੰਘੇ ਦਿਨਾਂ ਦੇ ਵਿੱਚ, ਜਿਹੜੀ ਆਪਾਂ ਕੱਲ ਕੈਲੀਫੋਰਨੀਆ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀ ਅੱਗ ਲੱਗੀ ਹੈ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ, ਉਹ ਜਿਹੜੀ ਅੱਗ ਆ ਉਹ ਫੈਲਦੀ ਹੁਣ ਇੰਨੀ ਕੁ ਵੱਡੇ ਪੱਧਰ ਤੇ ਜਾ ਚੁੱਕੀ ਆ ਵੀ 1000 ਜਿਹੜਾ ਘਰ ਆ ਉਹ ਸੜ ਕੇ ਸਵਾਹ ਹੋ ਚੁੱਕਿਆ। 2 ਮੌਤਾਂ ਦੇ ਬਾਰੇ ਪੁਸ਼ਟੀ ਹੋਈ ਹੈ। ਲਾਸ ਐਂਜਲਸ ਟਾਈਮਜ਼ ਜਿਹੜਾ ਉਹ ਇਸ ਗੱਲ ਦੀ ਰਿਪੋਰਟ ਕਰ ਰਿਹਾ। ਇਸ ਬਾਰੇ ਵੀ ਚਰਚਾ ਜਿਹੜੀ ਕੀਤੀ ਜਾਊਗੀ। ਇੱਕ ਟਰੰਪ ਦਾ ਬਹੁਤ ਵੱਡਾ ਬਿਆਨ ਹੈ ਕਿ ਜਿਹੜਾ ਜਦੋਂ ਟਰੰਪ ਨੇ ਗ੍ਰੀਨਲੈਂਡ ਬਾਰੇ ਬਿਆਨ ਦਿੱਤਾ ਸੀਗਾ, ਤੇ ਉਸ ਤੋਂ ਬਾਅਦ ਹੁਣ ਫਰਾਂਸ ਨੇ ਵੀ ਉਸ ਮਾਮਲੇ ਦੇ ਵਿੱਚ ਇੱਕ ਬਿਆਨ ਦਿੱਤਾ। ਸੋ ਇਹ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਹੋਵੇਗੀ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।